गीत आउंदा है, गीत की कंट्रोवर्सी हुंदी है तो फिर रंजीत बावा गायब हो जाते, इस तरह क्यों? मेरा किसी धर्म नाल कोई वैर विरोध ही नहीं है, मैं क्यों रखूँगा? मेरी कोई आपदी कोई मेरी कोई जथेबंदी है, ਜਾਂ मेरा ਕਿਹੜਾ कोई आपदी एक कोई टुकड़ी है ਜਿਹੜੀ मैं किसी नाल विरोध रख के उन्हां ते हमला करूँ। फिर पत्थरां ते दुध डोलन तो की भाव है? अफसोस है तुहानूं कि गीत गाया? जे तुसीं कह रहे हो कि कोई अफसोस नहीं है, फिर माफ़ी क्यों मंगी तुसीं? ਤੁਹਾਨੂੰ लगता है कि जे तुहाडी जगह ते गीत किसी होर ने गाया हुंदा या तुहाडे सिर ते दस्तार ना हुंदी तां शायद लाइटली ले लिया जांदा गीत? 7 ਸਾਲ ਮੈਨੂੰ ਅਜੇ ਪੂਰੇ ਨਹੀਂ ਹੋਏਗਾ ਹੋ ਗਿਆ, ਤਾਂ 7 ਸਾਲਾਂ ਦੇ ਵਿੱਚ 4-5 ਕੇਸ ਹੋ ਗਏ। ਮੈਂ ਗਾਣਾ ਗਾਇਆ ਸੀ ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ, ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ। ਇੱਕ ਬੰਦੇ ਨੇ ਲਾਇਸੈਂਸ ਬਣਾਇਆ, ਉਹਦੇ ਕੋਲ ਗੋਲੀ ਚੱਲ ਗਈ ਕਿਤੇ ਖਾਦੀ ਪੀਤੀ 'ਚ ਤੇ ਮਸਲਾ ਹੀ ਵਿਗੜ ਗਿਆ। ਰੋਟੀ ਲੈਣ ਗਿਆ ਵੀਰਾ ਪੂੰਝਦਾ ਹੈ ਆਉਂਦਾ ਮੈਂ, ਮੱਥੇ ਉਤੋਂ ਡਾਂਗਾਂ ਦਾ ਲਹੂ, ਰਾਠਾਂ ਦੀ ਹਵੇਲੀ ਵਿੱਚੋਂ ਖੁੱਸਿਆ ਸਰੀਰ ਲੈ ਕੇ ਮੁੜੀ ਮੇਰੇ ਵੀਰੇ ਦੀ ਬਹੂ। ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਆਜ਼ਾਦ ਹੋਣੀ, ਕਿਹੜਾ ਭੋਲੇ ਬਾਪੂ ਨੂੰ ਕਹੇ। ਜ਼ਮੀਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਹੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਰਣਜੀਤ ਬਾਵਾ ਦਾ ਗੀਤ ਆਇਆ ਤਾਂ ਹਰ ਪਾਸੇ ਵਿਵਾਦ ਛਿੜ ਗਏ, ਪਰ ਰਣਜੀਤ ਬਾਵਾ ਇੱਕ ਵੀਡੀਓ ਬਣਾਉਂਦੇ ਉਸ ਤੋਂ ਬਾਅਦ ਸਾਹਮਣੇ ਨਹੀਂ ਆਏ। ਬੜਾ ਲਾਜ਼ਮੀ ਹੈ ਕਿ ਉਹਨਾਂ ਦੇ ਦਿਲ ਦੀ ਗੱਲ ਜਾਣੀ ਜਾਵੇ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਰਣਜੀਤ ਬਾਵਾ ਸਾਡੇ ਨਾਲ ਨੇ, ਅੱਜ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੀਤ ਆਉਂਦਾ ਹੈ, ਗੀਤ ਦੀ ਕੰਟਰੋਵਰਸੀ ਹੁੰਦੀ ਹੈ ਤੇ ਫਿਰ ਰਣਜੀਤ ਬਾਵਾ ਗਾਇਬ ਹੋ ਜਾਂਦੇ, ਇਸ ਤਰ੍ਹਾਂ ਕਿਉਂ? ਮੈਨੂੰ ਲੱਗਦਾ ਕਿ ਉਸ ਟਾਈਮ ਸਾਰਾ ਆਵਾਮ ਬੋਲ ਰਿਹਾ ਸੀ, ਸਾਰੀ ਜਿੱਦਾਂ ਲਾ ਲਓ ਕਿ ਸਾਰੀ ਪੰਜਾਬੀਅਤ ਬੋਲ ਰਹੀ ਸੀ। ਬਹੁਤ ਸਾਰੇ ਬੁੱਧੀਜੀਵੀ ਲੋਕ ਉਸ ਚੀਜ਼ 'ਤੇ ਬਹਿਸ ਕਰ ਰਹੇ ਸੀ, ਜਾਂ ਬਹੁਤ ਸਾਰੇ ਕੁਝ ਲੋਕ ਗੁੱਸੇ 'ਚ ਸੀਗੇ ਜਿਹੜੇ ਲਾਈਵ ਹੋਏ ਬੋਲ ਰਹੇ ਸੀ। ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਉਸ ਮਸਲੇ ਦੇ ਵਿੱਚ ਆ ਕੇ ਉਹ ਐਂ ਹੋ ਜਾਂਦਾ ਵੀ ਤੁਸੀਂ ਇੱਕ ਹੋਰ ਜ਼ਿਆਦਾ ਜਾਂ ਤੇਲ ਸਿੱਟ ਗਏ ਜਾਂ ਤੁਸੀਂ ਕੋਈ ਹੋਰ ਜ਼ਿਆਦਾ ਅੱਗ ਨੂੰ ਮਚਾ ਗਏ। ਤਾਂ ਮੈਨੂੰ ਲੱਗਦਾ ਸੀਗਾ ਕਿ ਜਦੋਂ ਅਸੀਂ ਪਹਿਲੇ ਦਿਨ ਗਾਣਾ ਪਾਉਂਦੇ ਹਾਂ, 2 ਤਰੀਕ ਨੂੰ ਅਸੀਂ ਗਾਣਾ ਪਾਇਆ, 3 ਤਰੀਕ ਨੂੰ ਇਹਦਾ ਵਿਵਾਦ ਸ਼ੁਰੂ ਹੋ ਗਿਆ। 3 ਤਰੀਕ ਨੂੰ ਜਿਹੜੀਆਂ ਸ਼ਿਕਾਇਤਾਂ ਦਰਜ ਸ਼ੁਰੂ ਹੋਣੀਆਂ ਹੋ ਗਈਆਂ, ਸਾਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਟਾਈ ਅਪ ਕੀਤਾ। ਔਰ ਮਸਲਾ ਇਹ ਸੀਗਾ ਕਿ ਸਿਚੁਏਸ਼ਨ ਬਹੁਤ ਗੰਭੀਰ ਸੀ, ਕਰੋਨਾ ਕਰਕੇ ਬਾਹਰ ਨਾ ਕੋਈ ਚਿੜੀ ਨਾ ਕਾਂ। ਤਾਂ ਪ੍ਰਸ਼ਾਸਨ ਦਾ ਮੰਨਣਾ ਇਹ ਸੀਗਾ ਕਿ ਇਸ ਮਸਲੇ 'ਤੇ ਮਾਹੌਲ ਖਰਾਬ ਹੋ ਸਕਦਾ ਜੇ ਅੱਗੋਂ ਕੋਈ ਉਹਨਾਂ ਨੇ ਵਿਰੋਧ ਕੀਤਾ। ਇੱਧਰੋਂ ਸਾਡੇ ਵਾਲੇ ਜਾਂ ਲਾ ਲਓ ਕਿ ਜਿਹੜੇ ਲੋਕ ਸਪੋਰਟ 'ਚ ਸੀਗੇ, ਇਹ ਸਾਡੇ ਵਾਲੇ ਤੇ ਉਹਨਾਂ ਵਾਲੇ 'ਚ ਕੀ ਫਰਕ ਹੈ? ਮੈਂ ਕਹਿੰਦਾ ਭਾਵ ਕਿ ਇੱਕ ਵਿਰੋਧ ਕਰਨ ਵਾਲੇ ਹੋ ਗਏ, ਇੱਕ ਸਪੋਰਟ ਕਰਨ ਵਾਲੇ ਹੋ ਗਏ। ਵਿਰੋਧ ਕਰਨ ਵਾਲਿਆਂ ਦੇ ਨਾਲ ਜਦੋਂ ਸਪੋਰਟ ਕਰਨ ਵਾਲੇ, ਸਾਨੂੰ ਇਹ ਸੀਗਾ ਕਿ ਯਾਰ ਕੋਈ ਝਗੜਾ ਨਾ ਹੋਵੇ, ਕੋਈ ਸ਼ਾਂਤੀ ਨਾ ਹੋਵੇ, ਜਾਂ ਇਦਾਂ ਨਾ ਹੋਵੇ ਕਿ ਮਾਹੌਲ ਹੀ ਕੋਈ ਹੋਰ ਗਰਮਾਇਆ। ਤੁਹਾਨੂੰ ਡਰ ਸੀਗਾ ਇਸ ਗੱਲ ਦਾ ਇਸ ਤਰ੍ਹਾਂ ਹੋ ਸਕਦਾ? ਹੋ ਸਕਦਾ ਸੀਗਾ, ਕਿਉਂਕਿ ਮਸਲਾ ਬਹੁਤ ਜ਼ਿਆਦਾ ਵਿਗੜ ਗਿਆ ਸੀਗਾ। ਤਾਂ ਮੈਨੂੰ ਲੱਗਦਾ ਕਿ ਇੱਕ ਗੱਲ ਮਾਫੀ ਜਾਂ ਗੁਨਾਹ ਦੀ ਨਹੀਂ ਹੁੰਦੀ। ਗੱਲ ਇਹ ਸੀਗੀ ਕਿ ਇੱਕ ਆਰਟਿਸਟ ਹੋਣ ਦੇ ਨਾਤੇ, ਕਿਉਂਕਿ ਸਾਡੇ ਧਰਮ ਦਾ ਸਿਧਾਂਤ ਹੈ ਕਿ ਤੁਸੀਂ ਸਭ ਦਾ ਸਤਿਕਾਰ ਕਰੋ। ਤੁਸੀਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆ, ਕਿ ਤੁਸੀਂ ਇੱਕ ਮਸਲੇ ਨੂੰ ਕਈ ਵਾਰੀ ਇਹ ਹੁੰਦਾ ਕਿ ਜਿੱਥੇ ਲਲਕਾਰੇ, ਜ਼ਰੂਰੀ ਨਹੀਂ ਹਰ ਜਗ੍ਹਾ ਲਲਕਾਰੇ ਹੀ ਮਾਰੇ ਜਾਣ, ਕਈ ਵਾਰੀ ਚੁੱਪ ਵੀ ਬਹੁਤ ਸਾਰੇ ਖਿਲਾਰੇ ਪਾ ਦਿੰਦੀ ਹੈ। ਸੋ ਮੈਨੂੰ ਇਹ ਸੀਗਾ ਕਿ ਬਜਾਏ ਮੈਂ ਕੋਈ ਆਰਗਿਊ ਕਰਾਂ, ਬਜਾਏ ਮੈਂ ਕੋਈ ਸਟੇਟਮੈਂਟ ਦੇਵਾਂ, ਬਜਾਏ ਮੈਂ ਕੋਈ ਕਿਸੇ ਨੂੰ ਭੜਕਾਵਾਂ, ਤਾਂ ਮੈਨੂੰ ਸੀਗਾ ਕਿ ਗਾਣੇ ਨੇ ਆਪਣੀ ਜਗ੍ਹਾ ਕੰਮ ਕਰਤਾ ਸੀਗਾ, ਜਾਂ ਗਾਣਾ ਹੀ ਬਹੁਤ ਕੁਝ ਬੋਲ ਗਿਆ ਸੀਗਾ, ਲੋਕ ਬਹੁਤ ਕੁਝ ਬੋਲ ਗਏ। ਅਫਸੋਸ ਹੈ ਤੁਹਾਨੂੰ ਕਿ ਗੀਤ ਗਾਇਆ? ਨਹੀਂ, ਅਫਸੋਸ ਕੋਈ ਨਹੀਂ ਹੈ ਮੈਨੂੰ ਇਸ ਚੀਜ਼ ਦਾ, ਕਿਉਂਕਿ ਗਾਣਾ ਅਸੀਂ ਇੱਕ ਆਰਟਿਸਟ, ਇੱਕ ਗੀਤਕਾਰ, ਕਲਾਕਾਰ ਸਮਾਜ ਦਾ ਇੱਕ ਅੰਗ ਹੁੰਦੇ ਆ। ਔਰ ਬਹੁਤ ਸਾਰੇ ਕਲਾਕਾਰ ਇਹਨਾਂ ਚੀਜ਼ਾਂ 'ਤੇ ਜਾਂ ਤਾਂ ਇਹ ਲਾ ਲਓ ਕਿ ਕੰਨੀ ਕਤਰਾ ਜਾਂਦੇ ਆ, ਜਾਂ ਇਹਨਾਂ ਚੀਜ਼ਾਂ ਨੂੰ ਲੈਂਦੇ ਹੀ ਨਹੀਂ ਆ। ਤਾਂ ਇੱਕ ਕੋਈ ਵੀ ਫਿਲਮ ਆ, ਗਾਣਾ ਆ, ਉਹ ਸਬੱਬ ਬਣ ਜਾਂਦਾ, ਤੁਸੀਂ ਸੋਚ ਕੇ ਨਹੀਂ ਕਰਦੇ, ਬਟ ਉਹ ਚੀਜ਼ ਤੁਹਾਡੇ ਇੱਕ ਕੈਰੀਅਰ ਦੇ ਵਿੱਚ, ਜਾਂ ਤੁਹਾਡੀ ਇੱਕ ਜਿਹੜੀ ਗਾਇਕੀ ਆ ਉਹਦੇ ਵਿੱਚ ਉਹ ਜੁੜਨੀ ਹੁੰਦੀ ਆ। ਤਾਂ ਉਹ
ਇਹ ਸਬੱਬ ਹੁੰਦਾ, ਨੇਚਰ ਵੱਲੋਂ, ਕੁਦਰਤ ਵੱਲੋਂ ਹੀ ਇਹ ਚੀਜ਼ਾਂ ਤੁਹਾਡੇ ਨਾਲ ਆ ਕੇ ਜੁੜ ਜਾਂਦੀਆਂ। ਸੋ ਮੈਨੂੰ ਲੱਗਦਾ ਕਿ ਉਹਦੇ ਵਿੱਚ ਕਿਸੇ ਪਾਰਟਿਕੂਲਰ ਧਰਮ ਦਾ ਜਾਂ ਪਾਰਟਿਕੂਲਰ ਕਿਸੇ ਬੰਦੇ ਦੀ ਕੋਈ ਗੱਲ ਨਹੀਂ ਸੀ। ਧਰਮ ਬਹੁਤ ਉੱਚੇ ਹੈ, ਧਰਮਾਂ ਦਾ ਤੁਸੀਂ ਮਸਲਾ ਛੇੜ ਲਓ ਤਾਂ ਮੈਨੂੰ ਲੱਗਦਾ ਕਿ ਤੁਸੀਂ ਆਪ ਖਤਮ ਹੋ ਜਾਓਗੇ, ਤੁਸੀਂ ਇਹਨੂੰ ਕਦੀ ਸੁਲਝਾ ਨਹੀਂ ਸਕਦੇ। ਉਹ ਗੱਲ ਸਿਰਫ ਇੱਕ ਪੰਜਾਬ ਦੇ ਵਿੱਚ ਬਹੁਤ ਸਾਰੇ ਜਾਤ ਪਾਤ ਦੇ ਰੌਲੇ ਆ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਾਤਾਂ, ਬਹੁਤ ਸਾਰੀਆਂ, ਮੈਨੂੰ ਲੱਗਦਾ ਕਿ ਤੁਸੀਂ ਇੱਕ ਪਿੰਡ ਦੇ ਵਿੱਚ ਹੀ ਚਲ ਜਾਓ ਤੇ ਤੁਹਾਨੂੰ ਉਹਦੇ ਵਿੱਚ 12-14 ਜਾਤ ਪਾਤ ਦੇ ਲੋਕ ਮਿਲ ਜਾਣਗੇ। ਸੋ ਹਮੇਸ਼ਾ ਇਹ ਤਰਾਸਦੀ ਰਹੀ ਆ ਕਿ ਉੱਚੇ ਵੱਲੋਂ ਨੀਵੀਂ ਜਾਤ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਫਰਕ ਰੱਖਿਆ ਜਾਂਦਾ, ਦਬਾਇਆ ਜਾਂਦਾ, ਉਹਨਾਂ ਨੂੰ ਕਿਤੇ ਨਾ ਕਿਤੇ ਉਸ ਨਜ਼ਰ ਨਾਲ ਵੇਖਿਆ ਜਾਂਦਾ। ਬੇਸਿਕਲੀ ਗਾਣੇ ਦਾ ਮਕਸਦ ਉਹ ਸੀਗਾ। ਪਰ ਤੁਹਾਨੂੰ ਲੱਗਦਾ ਹੈ ਕਿ ਹੁਣ ਵੀ ਉਹ ਚੀਜ਼ ਬਰਦਾਸ਼ਤ ਨਹੀਂ ਕੀਤੀ ਗਈ? ਜਦੋਂ ਅਕਸਰ ਇਹ ਹੁੰਦਾ ਆਇਆ ਕਿ ਉੱਚੇ ਤੇ ਨੀਵੇਂ ਦੀ ਗੱਲ, ਜਦੋਂ ਵੀ ਨੀਵੇਂ ਬਾਰੇ ਕੁਝ ਬੋਲਿਆ ਗਿਆ ਤਾਂ ਸੁਸਾਇਟੀ ਦੇ ਜਿਹੜਾ ਆਪਦੇ ਆਪ ਨੂੰ ਉੱਚਾ ਦੱਸਦਾ ਹਿੱਸਾ ਉਹ ਬਰਦਾਸ਼ਤ ਨਹੀਂ ਕਰਦਾ। ਕੀ ਹੁਣ ਵੀ ਉਹੀ ਹੋਇਆ? ਬਿਲਕੁਲ। ਦੇਖੋ ਗੱਲ ਉਸੇ ਚੀਜ਼ ਨੂੰ, ਗੱਲ ਨੂੰ ਵਿਗਾੜ ਲਿਆ ਗਿਆ। ਹੁਣ ਤੁਸੀਂ ਹਿੰਦੂ ਧਰਮ ਦੇ ਖਿਲਾਫ ਕੁਝ ਨਹੀਂ ਬੋਲੇ। ਮੈਂ ਕਿਉਂ ਬੁਝਾਊਂਗਾ ਹਿੰਦੂ ਧਰਮ ਦੇ ਖਿਲਾਫ? ਮੇਰਾ ਕੋਈ ਮੈਂ ਇੱਕ ਪੰਜਾਬ ਦੇ ਵਿੱਚ ਰਹਿਣਾ ਆ, ਇੱਕ ਭਾਰਤ ਦੇ ਵਿੱਚ ਰਹਿਣਾ ਆ, ਮੇਰਾ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਹੀ ਨਹੀਂ ਆ। ਮੈਂ ਕਿਉਂ ਰੱਖੂੰਗਾ? ਮੇਰੀ ਕੋਈ ਆਪਦੀ ਕੋਈ ਮੇਰੀ ਕੋਈ ਕਿਹੜੀ ਕੋਈ ਜਥੇਬੰਦੀ ਆ ਜਾਂ ਮੇਰਾ ਕਿਹੜਾ ਕੋਈ ਆਪਦੀ ਇੱਕ ਕੋਈ ਟੁਕੜੀ ਆ ਜਿਹੜੀ ਮੈਂ ਕਿਸੇ ਨਾਲ ਵਿਰੋਧ ਰੱਖ ਕੇ ਉਹਨਾਂ ਤੇ ਹਮਲਾ ਕਰਨਾ? ਮੇਰਾ ਕੋਈ ਕਲਾਕਾਰ ਸਭ ਦੇ ਸਾਂਝੇ ਹੁੰਦੇ ਆ। ਫਿਰ ਪੱਥਰਾਂ ਤੇ ਦੁੱਧ ਡੋਲਣ ਤੋਂ ਕੀ ਭਾਵ ਹੈ? ਪੱਥਰਾਂ ਤੇ ਦੁੱਧ ਵੇਖੋ, ਇਹ ਕੋਈ ਹਿੰਦੂ ਧਰਮ ਇਕੱਲੇ ਦੀ ਗੱਲ ਨਹੀਂ ਹੈ। ਤੁਸੀਂ ਕਿੰਨੀਆਂ ਜਿਹੜੀਆਂ ਐਸੇ ਧਰਮ ਦੇ ਵਿੱਚ ਛੋਟੇ ਜਿਹੜੇ ਉਹਨਾਂ ਦੇ ਪਰਸਨਲ ਕੋਈ ਜਠੇਰੇ ਆ, ਪਰਸਨਲ ਕੁਛ ਲੋਕਾਂ ਦੇ ਜਿਹੜੇ ਆਪ ਦੇ ਬਜ਼ੁਰਗਾਂ ਦੇ, ਵੱਡਿਆਂ ਦੇ, ਵਡੇਰਿਆਂ ਦੇ, ਉਹਨਾਂ ਦੇ ਲੋਕ ਦੁੱਧ ਪਾਉਂਦੇ ਆ। ਤੁਸੀਂ ਜਾਓ ਲੋਕ ਪਿੰਡਾਂ ਦੇ ਵਿੱਚ ਜਾਓ, ਜਿਹੜੇ ਇੱਕ ਬਣੇ ਹੁੰਦੇ ਮਿੱਟੀ ਦੇ ਬਣੇ ਹੁੰਦੇ ਲੋਕ, ਉਹਨਾਂ ਦੇ ਦੁੱਧ ਪਾਉਂਦੇ ਆ। ਸਾਡੇ ਉੱਥੇ ਤੁਸੀਂ ਜਾਓ, ਉੱਥੇ ਦਰਬਾਰ ਸਾਹਿਬ ਜਾਓ, ਤੁਸੀਂ ਉੱਥੇ ਦੁੱਧ ਡੋਲਦੇ ਆ। ਦੁੱਧ ਦਾ ਮਤਲਬ ਇਹ ਨਹੀਂ, ਉਹ ਮਸਲਾ ਇਹ ਸੀਗਾ ਕਿ ਇੱਕ ਗਰੀਬ ਬੰਦੇ ਦੇ ਢਿੱਡ 'ਚ ਜੇ ਕੁਝ ਪੈ ਜਾਵੇ ਬਜਾਏ ਤਾਂ ਉਹ ਮਿਲਦਾ ਦਾ ਸਭ ਤੋਂ ਸਾਰਿਆਂ ਨੇ ਇਹ ਗੱਲ ਕਹੀ ਜਿਹੜੇ ਤੁਹਾਡੇ ਵਿਰੋਧ 'ਚ ਸੀਗੇ ਕਿ ਠੀਕ ਹੈ ਗਰੀਬ ਦੀ ਵੀ ਹੈਲਪ ਕਰੀ ਜਾਓ ਤੇ ਇਹ ਵੀ ਚੱਲਣ ਦਿਓ ਜੀ, ਇਹਦੇ ਤੇ ਕਟਾਕਸ਼ ਕਰਨ ਦੀ, ਤੰਜ਼ ਕਰਨ ਦੀ ਕੀ ਲੋੜ ਸੀਗੀ? ਨਹੀਂ, ਉਹ ਮਸਲਾ ਕਿਸੇ ਧਰਮ ਦਾ ਕੋਈ ਨਹੀਂ ਸੀਗਾ। ਅਸੀਂ ਸਭ ਦੀ ਗੱਲ ਕੀਤੀ। ਅਸੀਂ ਉਹਦੇ ਵਿੱਚ ਇਹ ਵੀ ਕਿਹਾ ਕਿ ਇੱਕ ਪਿੰਡ ਦੇ ਵਿੱਚ ਜੇ 4 ਧਰਮਾਂ ਦੇ ਲੋਕ ਆ ਜਾਂ 2 ਧਰਮਾਂ ਦੇ ਲੋਕ ਆ ਜਾਂ 1-2 ਜਾਤੀਆਂ ਦੇ ਲੋਕ ਆ ਤਾਂ ਉਹਨਾਂ ਨੇ ਆਪਣੇ ਗੁਰਦੁਆਰੇ ਉਹ ਜਾਂ ਉੱਥੇ ਵੀ ਜਾਤੀਵਾਦ ਆ ਜਾਂਦਾ, ਉੱਥੇ ਵੀ ਜਾਤ ਪਾਤ ਆ ਜਾਂਦੀ ਕਿ ਯਾਰ ਤੁਸੀਂ ਆਪਣਾ ਧਰਮ, ਤੁਸੀਂ ਆਪਣਾ ਇੱਕ ਵੱਖਰਾ ਸਥਾਨ ਬਣਾ ਲਓ। ਸੋ ਉਹ ਮਸਲਾ ਸੀਗਾ ਕਿ ਮਸਲਾ ਇਹ ਸੀਗਾ ਕਿ ਵੇਖੋ ਬਹੁਤ ਸਾਰੇ ਲੋਕ ਧਰਮਾਂ ਦੇ ਵਿੱਚ, ਬਹੁਤ ਐਸੇ ਲੋਕ ਆ ਕਿ ਹਰ ਧਰਮ ਦਾ ਇੱਕ ਆਪਣਾ ਨਾਇਕ ਹੁੰਦਾ। ਹਰ ਧਰਮ, ਬਹੁਤ ਸਾਰੇ ਜਾਤਾਂ ਦੇ ਲਾ ਲਓ, ਧਰਮਾਂ ਦੇ ਲਾ ਲਓ, ਜਿਨ੍ਹਾਂ ਦੇ ਆਪਣੇ ਪਰਸਨਲ ਹੀਰੋ ਆ, ਪਰਸਨਲ ਨਾਇਕ ਆ, ਪਰਸਨਲ ਜਿਹੜੇ ਉਹਨਾਂ ਦੇ ਗ੍ਰੰਥ ਆ ਜਾਂ ਪਰਸਨਲ ਉਹਨਾਂ ਦੇ ਸਾਧ ਸੰਤ ਜਿਨ੍ਹਾਂ ਤੇ ਵੀ ਉਹਨਾਂ ਦੀ ਸ਼ਰਧਾ ਹੈ, ਬਹੁਤ ਸਾਰੇ ਲੋਕ। ਬਟ ਕਿਤੇ ਨਾ ਕਿਤੇ ਹਰ ਧਰਮ ਦੇ ਵਿੱਚ, ਹਰ ਇੱਕ ਮਸਲੇ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਕਿ ਜਿਹੜੇ ਧਰਮ ਤੋਂ ਇਲਾਵਾ ਹੋਰ ਗੱਲਾਂ ਵੱਧ ਚੱਲ ਜਾਂਦੇ ਆ, ਜਿਹੜੇ ਉਹਦੀ ਤੁਸੀਂ ਇਹ ਲਾ ਲਓ ਕਿ ਮਤਲਬ ਕੀ ਗੱਲ ਕਰ ਸਕਦਾ ਕਿ ਜਿਹੜੀ ਉਹ ਧਰਮ ਤੋਂ ਇਲਾਵਾ ਆਪਣੇ ਆਪ ਨੂੰ ਜਿਹੜੇ ਅੱਗੇ ਰੱਖਦੇ। ਮਸਲਾ ਉਹ ਸੀਗਾ ਬੇਸਿਕਲੀ। ਜੇ ਤੁਸੀਂ ਕਹਿ ਰਹੇ ਹੋ ਕਿ ਕੋਈ ਅਫਸੋਸ ਨਹੀਂ ਹੈ, ਫਿਰ ਮਾਫੀ ਕਿਉਂ ਮੰਗੀ ਤੁਸੀਂ? ਮਾਫੀ ਮੈਂ ਤੁਹਾਨੂੰ ਦੱਸਿਆ ਕਿ ਮਾਫੀ ਦਾ ਮਸਲਾ ਇਹ ਸੀਗਾ ਕਿ ਇੱਕ ਕਲਾਕਾਰ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਹੁੰਦਾ। ਇੱਕ ਕਲਾਕਾਰ ਸਭ ਤੋਂ ਸੌਫਟ ਬੰਦੇ ਹੁੰਦੇ, ਦਿਲ ਦੇ ਬੰਦੇ ਹੁੰਦੇ। ਅਸੀਂ ਚਾਹੁੰਦੇ ਹੀ ਨਹੀਂ ਕਿ ਯਾਰ ਕੋਈ ਵਿਵਾਦ ਹੋਵੇ, ਯਾਰ ਕੋਈ ਲੜੇ, ਕੋਈ ਦੇਖੋ ਕੋਈ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਦੁੱਖ ਪਹੁੰਚਦਾ, ਉਹ ਵੀ ਜਿਹੜੇ ਸਾਡੇ ਵਿਰੋਧ ਕਰਦੇ ਉਹ ਵੀ ਸਾਡੇ ਲੋਕ ਆ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਰਹਿੰਦਾ ਉਹ ਸਾਰੇ ਸਾਡੇ ਆਪਣੇ ਆ, ਕਿਉਂਕਿ ਅਸੀਂ ਇੱਕ ਧਰਤੀ ਦੇ, ਇੱਕ ਬੋਲੀ ਦੇ, ਜਿਹੜਾ ਪੰਜਾਬੀ ਬੋਲਦਾ ਉਹ ਇੱਕ ਬੋਲੀ ਦਾ ਬੱਚਾ, ਉਹ ਇੱਕ ਬੋਲੀ ਦੇ ਲੋਕ ਆ, ਇੱਕ ਮਾਂ ਬੋਲੀ ਦੇ ਲੋਕ ਆ। ਸੋ ਮੇਰਾ ਮਸਲਾ ਇਹ ਸੀਗਾ ਕਿ ਯਾਰ ਕੋਈ ਵੀ ਬੰਦਾ, ਪਹਿਲਾਂ ਤਾਂ ਵੈਸੇ ਹੀ ਦੁਨੀਆ ਤੇ ਮਾਰਾਮਾਰੀ ਚੱਲ ਰਹੀ ਆ, ਦੁਨੀਆ ਮਰਨੇ ਪਈ ਆ, ਲੋਕਾਂ ਤੋਂ ਕੰਮਕਾਰ ਸਭ ਦੇ ਬੰਦ ਹੋਇਆ, ਤਾਂ ਉਹਦੇ ਮਸਲੇ ਦੇ ਵਿੱਚ ਯਾਰ ਕੋਈ ਐਸਾ ਮਸਲਾ ਨਾ ਖੜਾ ਹੋ ਜਾਵੇ ਕਿ ਲੋਕ ਆਪੋ 'ਚ ਕੋਈ ਲੜ ਨਾ ਪਵੇ, ਆਪੋ 'ਚ ਕੋਈ ਮਸਲਾ ਇਦਾਂ ਦਾ ਖੜਾ ਨਾ ਹੋ ਜਾਵੇ ਕਿ ਇਹਨੂੰ ਧਰਮ ਦੇ ਨਾਂ ਤੇ ਏਡਾ ਵੱਡਾ ਬਣਾ ਦਿੱਤਾ ਜਾਵੇ ਕਿ ਹਿੰਦੂ ਸਿੱਖਾਂ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਕੱਟੜਪੰਥੀਆਂ ਨੇ ਪਹਿਲਾਂ ਹੀ ਬਹੁਤ ਸਾਰਾ ਰੌਲਾ ਪਾਇਆ ਹੋਇਆ, ਤਾਂ ਇੱਕ ਨਵਾਂ ਰੌਲਾ ਨਾ ਸ਼ੁਰੂ ਹੋ ਜਾਏ ਇੱਕ ਆਰਟਿਸਟ ਨੂੰ ਲੈ ਕੇ। ਹੁਣ ਵੀ ਜੇ ਕੋਈ ਪੱਗ ਵਾਲਾ ਬੰਦਾ ਆਰਟਿਸਟ ਗੱਲ ਕਰ ਦਿੰਦਾ ਤਾਂ ਉਹਨੂੰ ਇੱਕ ਵੱਖਰੇ ਧਰਮ ਨਾਲ ਜੋੜ ਦਿੱਤਾ ਜਾਂਦਾ। ਹਾਲਾਂਕਿ ਗੱਲ ਇਦਾਂ ਦੀ ਕੋਈ ਨਹੀਂ ਸੀ। ਬਹੁਤ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਪੱਗ ਵਾਲਾ ਬੰਦਾ ਜੇ ਕੋਈ ਗੱਲ ਕਰ ਦਿੰਦਾ ਤਾਂ ਉਹਦੀ ਮੀਨਿੰਗ, ਉਹਦੇ ਮਾਇਨੇ ਵੱਖਰੇ ਲੈ ਲਿਆ ਜਾਂਦੇ, ਉਹਦੇ ਮਾਇਨੇ ਵੱਖਰੇ ਕਰ ਦਿੱਤੇ ਜਾਂਦੇ। ਹਾਲਾਂਕਿ ਗੱਲ ਇਦਾਂ ਦੀ ਕੋਈ ਨਹੀਂ ਹੁੰਦੀ। ਤੁਹਾਨੂੰ ਲੱਗਦਾ ਹੈ ਕਿ ਜੇ ਤੁਹਾਡੀ ਜਗ੍ਹਾ ਤੇ ਗੀਤ ਕਿਸੇ ਹੋਰ ਨੇ ਗਾਇਆ ਹੁੰਦਾ ਜਾਂ ਤੁਹਾਡੇ ਸਿਰ ਤੇ ਦਸਤਾਰ ਨਾ ਹੁੰਦੀ ਤਾਂ ਸ਼ਾਇਦ ਲਾਈਟਲੀ ਲੈ ਲਿਆ ਜਾਂਦਾ ਗੀਤ ਨੂੰ? ਤੁਸੀਂ ਸ਼ਾਇਦ ਇਹ ਨਹੀਂ ਨੋਟ ਕੀਤਾ ਕਿ ਇਸ ਗਾਣੇ ਤੋਂ ਬਾਅਦ ਮੈਨੂੰ ਲੱਗਦਾ 12-14 ਗਾਣੇ ਹੋਰ ਆ ਗਏ
12-15 ਗਾਣੇ ਹੋਰ ਆ ਗਏ ਇਸ ਗਾਣੇ ਦੇ ਨਾਲ ਰਿਲੇਟਡ ਹੀ, ਜਿਨ੍ਹਾਂ ਦਾ ਕਿ ਨਾਮ ਮੈਨੂੰ ਲੱਗਦਾ ਕੋਈ ਰੌਲਾ ਪੈਣਾ ਨਾ ਰੌਲਾ ਮੈਨੂੰ ਲੱਗਦਾ ਕੋਈ ਹੋਣਾ। ਰਣਜੀਤ ਬਾਵਾ ਇਹ ਕਹਿ ਰਿਹਾ ਕਿ ਸਿੱਖ ਹੋਣ ਕਰਕੇ ਟਾਰਗੇਟ ਹੋ ਜਾਂਦੇ ਆ, ਕੁਛ ਚੀਜ਼ਾਂ ਹੋ ਜਾਂਦੀਆਂ। ਦੇਖੋ ਕੁਛ ਚੀਜ਼ਾਂ ਚੌਧਰ ਲਈ ਕੀਤੀਆਂ ਜਾਂਦੀਆਂ। ਹਰ ਇੱਕ ਜਿਸ ਵੀ ਬੰਦੇ ਦੇ ਨਾਂ ਨਾਲ ਪ੍ਰਧਾਨਗੀ ਜੁੜ ਗਈ, ਜਿਸ ਵੀ ਬੰਦੇ ਦੇ ਨਾਂ ਨਾਲ ਇੱਕ ਛੋਟਾ ਜਿਹਾ ਵੀ ਅਹੁਦਾ ਜੁੜ ਗਿਆ, ਤਾਂ ਉਹਨੇ ਉਹ ਚੀਜ਼ ਵੇਖਣੀ ਹੈ ਕਿ ਯਾਰ ਇਸ ਮਸਲੇ ਨੂੰ ਜਾਂ ਤਾਂ ਵਿਵਾਦ ਕਿੱਦਾਂ ਬਣ ਸਕਦਾ। ਦੇਖੋ ਅਸੀਂ ਵੀ ਇੱਕ ਗੱਲ ਕੀਤੀ, ਮੈਂ ਇੱਕ ਗੱਲ ਕੀਤੀ ਕਿ ਯਾਰ ਕਿਸੇ ਵੀ ਭੈਣ ਭਰਾ ਨੂੰ ਦੁੱਖ ਲੱਗਾ ਤਾਂ ਉਹਦੇ ਲਈ ਉਹ ਮਾਫੀ ਇੱਕ ਮਾਨਵਤਾ ਤੋਂ ਸੀ। ਮਾਨਵਤਾ ਮਤਲਬ ਕਿ ਸਾਰੀ ਸਾਂਝੀ ਮਨੁੱਖਤਾ ਤੋਂ ਸੀ, ਕਿਉਂਕਿ ਅਸੀਂ ਸਾਂਝੇ ਧਰਮਾਂ ਦੀ ਗੱਲ ਕੀਤੀ ਸੀ, ਸਾਂਝੇ ਲੋਕਾਂ ਦਾ ਗਾਣਾ ਸੀ। ਸਾਡੀ ਮਾਫੀ ਇੱਕ ਮਨੁੱਖਤਾ ਤੋਂ ਸੀਗੀ, ਨਾ ਕਿ ਅਸੀਂ ਪਾਰਟੀਕੂਲਰ ਕਿਸੇ ਧਰਮ ਤੋਂ ਮਾਫੀ ਜਾਂ ਪਾਰਟੀਕੂਲਰ ਕਿਸੇ ਪ੍ਰਧਾਨ ਤੋਂ ਮਾਫੀ ਜਾਂ ਕਿਸੇ ਬੰਦੇ ਤੋਂ ਮਾਫੀ ਮੰਗੀ। ਸਾਡੀ ਮਾਫੀ ਇੱਕ ਮਨੁੱਖਤਾ ਤੋਂ ਸੀਗੀ ਕਿ ਯਾਰ ਮਨੁੱਖਤਾ ਦੇ ਵਿੱਚ ਸਾਰੀ ਦੁਨੀਆ ਨੇ ਗਾਣਾ ਸੁਣਿਆ, ਸਾਰੀ ਦੁਨੀਆ ਨੂੰ ਉਹਦੇ ਵਿੱਚ ਕਈਆਂ ਨੇ ਉਸ ਚੀਜ਼ ਨੂੰ ਠੀਕ ਮੰਨਿਆ ਕਿ ਯਾਰ ਸਾਡੀ ਆਪ ਦੀ ਵੀ ਗੱਲ ਸੀ ਉਹਦੇ ਵਿੱਚ, ਸਾਡੇ ਧਰਮ ਦੀ ਵੀ ਗੱਲ ਸੀਗੀ, ਗੁਰਦੁਆਰਿਆਂ ਦੀ ਗੱਲ ਸੀਗੀ ਜਾਂ ਮਸੀਹੀ ਭਾਈਚਾਰੇ ਦੀ ਗੱਲ ਸੀਗੀ। ਚਲੋ ਉਹਨਾਂ ਲੋਕਾਂ ਨੇ ਵੀ ਕਿਤੇ ਨਾ ਕਿਤੇ ਵਿਰੋਧ ਕੀਤਾ। ਅਸੀਂ ਉਹਨਾਂ ਚੀਜ਼ਾਂ ਨੂੰ ਕਿਹਾ ਕਿ ਠੀਕ ਹੈ ਯਾਰ, ਤੁਹਾਨੂੰ ਜੇ ਠੇਸ ਲੱਗੀ, ਤੁਹਾਨੂੰ ਜੇ ਦੁੱਖ ਲੱਗਾ ਤੇ ਅਸੀਂ ਉਸ ਚੀਜ਼ ਲਈ ਮਾਫੀ ਚਾਹੁੰਦੇ। ਮੈਨੂੰ ਲੱਗਦਾ ਕਿ ਕਹਿੰਦੇ ਕਿ ਅਕਸਰ ਪਿਆਸੇ ਰਹਿ ਜਾਂਦੇ ਆ ਜਿਹੜੇ ਨਦੀ ਦੇ ਕਿਨਾਰੇ ਝੁਕਣਾ ਨਹੀਂ ਜਾਣਦੇ, ਕਿ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਅੱਗੇ ਆਪਣਾ ਆਪ ਸਮਰਪਣ ਕਰਨਾ ਪੈਂਦਾ ਵੀ ਯਾਰ ਮੇਰੇ ਲੋਕਾਂ ਦੀ ਜਾਂ ਮੇਰੀ ਜਿਹੜੀ ਇੱਕ ਸਟੇਟ ਆ ਉਹਦੇ ਵਿੱਚ ਕੋਈ ਇਦਾਂ ਦਾ ਮਸਲਾ ਨਾ ਖੜਾ ਹੋਵੇ। ਇਹ ਗੀਤ ਅੱਜ ਤੋਂ ਬਾਅਦ ਗਾਓਗੇ ਕਦੇ ਜਾਂ ਕਦੇ ਨਹੀਂ ਗਾਇਆ ਜਾਊ ਤੁਹਾਡੇ ਵੱਲੋਂ? ਨਹੀਂ, ਦੇਖੋ ਚਾਹਣ ਵਾਲੇ ਸੁਣਨ ਵਾਲੇ ਜਿੱਥੇ ਕਹਿਣਗੇ ਉੱਥੇ ਮੈਂ ਤਾਂ ਜ਼ਰੂਰ ਕਹੂੰਗਾ। ਤਾਂ ਫਿਰ ਜਿਨ੍ਹਾਂ ਤੋਂ ਤੁਸੀਂ ਮਾਫੀ ਮੰਗੀ ਹੈ ਉਹ ਤਾਂ ਕਹਿਣਗੇ ਕਿ ਇਹ ਤਾਂ ਧੋਖਾ ਹੈ ਸਾਡੇ ਨਾਲ, ਕਿ ਰਣਜੀਤ ਬਾਵਾ ਮਾਫੀ ਵੀ ਮੰਗੇ ਔਰ ਹੁਣ ਕਹਿ ਰਹੇ ਕਿ ਮੈਂ ਗਾਇਆ ਵੀ ਕਰੂੰਗਾ ਇਹ ਗੀਤ। ਗਾਣਾ ਜਿਹੜੀਆਂ ਲਾਈਨਾਂ ਦੇ ਯਾਰ ਕਿਸੇ ਨੂੰ ਇਤਰਾਜ਼ ਆ, ਗਾਣਾ ਸਾਰਾ ਹੀ ਨਹੀਂ ਸੁਣਿਆ। ਉਹ ਪਹਿਲੇ ਤੁਸੀਂ ਇਹ ਚੀਜ਼ ਦੀ ਨੋਟ ਕੀਤੀ ਕਿ ਸਾਰੇ ਗਾਣੇ ਦੇ ਵਿੱਚ ਮੈਨੂੰ ਲੱਗਦਾ ਪਿਛਲੇ 2 ਅੰਤਰੇ ਤਾਂ ਕਿਸੇ ਨੇ ਸੁਣੇ ਹੀ ਨਹੀਂ। ਪਹਿਲੀ ਸਥਾਈ ਤੋਂ ਹੀ ਰੌਲਾ ਪਾ ਕੇ ਬਹਿ ਗਏ। ਸਾਨੂੰ ਕਿਸੇ ਦਾ ਫੋਨ ਆਇਆ, ਅਸੀਂ ਉਹਨਾਂ ਨੂੰ ਕਿਹਾ ਭਾਜੀ ਤੁਸੀਂ ਪੂਰਾ ਗਾਣਾ ਸੁਣਿਆ? ਕਹਿੰਦੇ ਨਹੀਂ ਯਾਰ, ਮੈਨੂੰ ਤਾਂ 2 ਲਾਈਨਾਂ ਕਿਸੇ ਨੇ ਭੇਜੀਆਂ, ਅਸੀਂ ਤੁਹਾਨੂੰ ਨੋਟਿਸ ਭੇਜਤਾ ਸੀ ਕਿ ਭਾਜੀ ਤੁਸੀਂ ਪੂਰਾ ਗਾਣਾ ਤਾਂ ਸੁਣੋ ਯਾਰ, ਤੁਸੀਂ ਅਗਲਾ ਅੰਤਰਾ ਸੁਣੋ, ਉਤੋਂ ਅਗਲਾ ਸੁਣੋ, ਉਤੋਂ ਉਹ ਸਾਰਾ ਗਾਣਾ ਸੁਣ ਕੇ ਦੇ ਯਾਰ ਸੌਰੀ ਮੈਂ ਪੂਰਾ ਗਾਣਾ ਹੀ ਨਹੀਂ ਸੀ ਸੁਣਿਆ। ਬਹੁਤ ਸਾਰੇ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਆ ਜਾਂ ਜਿਹੜੇ ਲੋਕਾਂ ਦੀ ਇੱਕ ਸੋਚ ਕੰਮ ਕਰਦੀ ਆ ਜਾਂ ਜਿਹੜੇ ਲੋਕਾਂ ਨੂੰ ਪਤਾ ਕਿ ਯਾਰ ਇਸ ਵਿੱਚ ਕੋਈ ਗਲਤ ਨਹੀਂ, ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਇਹਦੇ ਪੱਖ ਵਿੱਚ ਗੱਲ ਕੀਤੀ। ਮੈਂ ਨਹੀਂ ਕਹਿੰਦਾ ਕਿ ਸਾਰੇ ਲੋਕਾਂ ਨੇ ਇਹਦਾ ਵਿਰੋਧ ਕੀਤਾ, ਕੁਝ ਚੰਦ ਬੰਦਿਆਂ ਨੇ ਵਿਰੋਧ ਕੀਤਾ, ਚਲੋ ਉਹ ਉਹਨਾਂ ਦਾ ਕਰਮ ਸੀਗਾ ਜਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਜੋ ਉਹਨਾਂ ਨੂੰ ਲੱਗਾ ਉਹਨਾਂ ਦੇ ਪਿੱਛੇ ਜਾਂ ਹੋ ਸਕਦਾ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਲੀਡ ਕਰ ਰਹੇ ਆ। ਜਦੋਂ ਕੋਈ ਬੰਦਾ ਕਿਸੇ ਪਾਰਟਿਕੂਲਰ ਪਰ ਤੁਹਾਨੂੰ ਲੱਗਦਾ ਕਿ ਆਮ ਆਵਾਮ 'ਚ ਇੰਨਾ ਗੁੱਸਾ ਨਹੀਂ ਸੀਗਾ ਜਿੰਨਾ ਪ੍ਰਧਾਨਾਂ 'ਚ ਗੁੱਸਾ ਸੀਗਾ? ਫਿਰ ਮੈਂ ਤੁਹਾਨੂੰ ਉਹੀ ਦੱਸਿਆ ਕਿ ਜਿਹੜੇ ਇੱਕ ਚੀਜ਼ ਦੇ ਨਾਲ ਉਹਦਾ ਜੁੜ ਜਾਂਦਾ, ਜਦੋਂ ਕਿਸੇ ਦੇਖੋ ਤੁਹਾਡੀ ਸਪੋਰਟ 'ਚ ਵੀ ਕੋਈ ਆਇਆ, ਕੋਈ ਹਿੰਦੂ ਜਥੇਬੰਦੀਆਂ ਦੇ ਬੰਦੇ ਕੋਈ ਤੁਹਾਡੀ ਸਪੋਰਟ 'ਚ ਵੀ ਆਏ? ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਬੜੇ ਜਿਹੜੇ ਪੜ੍ਹੇ ਲਿਖੇ ਲੋਕ ਸੀਗੇ, ਕੋਈ ਚੰਡੀਗੜ੍ਹ ਤੋਂ ਸੀਗੇ, ਮੈਨੂੰ ਉਹਨਾਂ ਦਾ ਨਾਮ ਸ਼ਰਮਾ ਕਰਕੇ ਸੀਗੇ, ਜਾਂ ਕੋਈ ਸ਼ਿਵ ਸੈਨਾ ਦੇ ਅਭਿਸ਼ੇਕ ਕੌਸ਼ਿਕ ਕਰਕੇ ਸੀਗੇ, ਕੋਈ ਬੜੇ ਉਹਨਾਂ ਤਰੀਕੇ ਨਾਲ ਗੱਲ ਕੀਤੀ ਕਿ ਯਾਰ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ, ਜਾਂ ਇੱਕ ਇਹ ਤਰੀਕਾ ਹੁੰਦਾ ਕਿ ਤੁਸੀਂ ਚੱਕ ਲਓ ਧਰ ਲਓ। ਮੈਂ ਤਾਂ ਜਿੱਦਾਂ ਤੁਹਾਨੂੰ ਉਹ ਗੱਲ ਦੱਸਿਆ ਕਿ ਹਰ ਜਗ੍ਹਾ ਲਲਕਾਰੇ ਜਾਂ ਉਹ ਚੀਜ਼ਾਂ ਕੰਮ ਨਹੀਂ ਕਰਦੀਆਂ। ਕੁਛ ਜਗ੍ਹਾ ਤੁਹਾਨੂੰ ਇੱਕ 99% ਲੋਕ ਮੇਰੇ ਹੱਕ 'ਚ ਸੀਗੇ ਜਾਂ ਲੋਕ ਸਪੋਰਟ 'ਚ ਸੀਗੇ, ਤਾਂ ਮੈਂ ਤਾਂ ਫਿਰ ਇਸ ਹਿਸਾਬ ਨਾਲ ਇੱਕ ਅੱਧੇ ਨੂੰ ਲੈ ਬੈਂਦਾ ਵੀ ਯਾਰ ਮੇਰੇ ਨਾਲ ਦੁਨੀਆ ਬਹੁਤ ਆ। ਪਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਆਰਟਿਸਟ ਦੇ ਹਿੱਸੇ ਨਹੀਂ ਹੁੰਦਾ। ਆਰਟਿਸਟ ਕਦੀ ਵੀ ਲੜਾਈ ਨਹੀਂ ਚਾਹੁੰਦਾ, ਆਰਟਿਸਟ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਯਾਰ ਕੋਈ ਵੀ ਆਵਾਮ ਦੇ ਵਿੱਚ ਜਾਂ ਕਿਸੇ ਵੀ ਫਿਰਕੇ ਦੇ ਵਿੱਚ ਕੋਈ ਇਦਾਂ ਦਾ ਮਸਲਾ ਖੜਾ ਹੋਵੇ ਕਿ ਲੋਕ ਭੜਕਣ ਜਾਂ ਲੋਕ। ਐ ਕਿਉਂ ਹੁੰਦਾ ਹੈ ਕਿ ਰਣਜੀਤ ਬਾਵਾ ਨੂੰ ਕਿਹਾ ਜਾਂਦਾ ਹੈ ਕਿ ਇਹ ਥੋੜਾ ਕੱਟੜਵਾਦ ਦੇ ਵੱਲ ਹੈ? ਰਣਜੀਤ ਬਾਵਾ ਦੇ ਗੀਤ ਵੀ ਉਹੋ ਜਿਹੇ ਹੁੰਦੇ ਆ, ਰਣਜੀਤ ਬਾਵਾ ਫਿਲਮਾਂ ਕਰਦੇ ਆ ਤਾਂ ਉਹ ਵੀ ਤੂਫਾਨ ਸਿੰਘ ਦੀ ਹਾਲਾਂਕਿ ਜ਼ਬਰਦਸਤ ਫਿਲਮ ਸੀਗੀ, ਉਹ ਸਿੱਖ ਭਾਈਚਾਰੇ ਦੇ ਲੋਕ ਤਾਂ ਲਾਈਕ ਕਰਦੇ ਇਸ ਚੀਜ਼ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਥੋੜਾ ਤੁਹਾਡੇ ਤੋਂ ਕੰਨੀ ਕਤਰਾਉਣ ਲੱਗ ਗਏ ਹੁਣ? ਨਹੀਂ, ਤੁਸੀਂ ਤੂਫਾਨ ਸਿੰਘ ਫਿਲਮ ਦੇਖੀ? ਤੁਸੀਂ ਤੂਫਾਨ ਸਿੰਘ ਫਿਲਮ ਦੇਖੀ? ਉਹਦੇ ਵਿੱਚ ਜਿਹੜਾ ਤੂਫਾਨ ਸਿੰਘ ਦਾ ਕਰੈਕਟਰ ਸੀ ਜੁਗਰਾਜ ਸਿੰਘ ਤੂਫਾਨ, ਉਹਨਾਂ ਨੇ ਸਭ ਤੋਂ ਵੱਧ ਜਿਹੜੀ ਮਦਦ ਆ ਉਹ ਹਿੰਦੂ ਭਾਈਚਾਰੇ ਦੀ ਕੀਤੀ। ਉਹਦੇ ਵਿੱਚ ਇੱਕ ਡਾਇਲੌਗ ਆ, ਉਹ ਕਹਿੰਦਾ ਕਿ ਉਹ ਜਦੋਂ ਉਹ ਯੂਪੀ ਤੋਂ ਲੈ ਕੇ ਆਏ ਹਿੰਦੂ ਪਰਿਵਾਰਾਂ ਨੂੰ, ਉਹ ਕਹਿੰਦੀ ਕਿ ਸ਼ੋਰੇ ਤੂੰ इन लोगों की रक्षा क्यों कर रहे है? वो हिंदी बोलती कि ये तो तेरे लोग नहीं है, भी तू तो सिखा की मदद कर। वो कहता ये गल नहीं है, मैं इस करके मदद करना है कि कल नूं ये लोग बाकी सिखां नूं माड़ा ना कहण, कि मतलब मैं नहीं चाहता कि एक मेरे करके अज मैं इन्हां दे नाल ना खड़िया तां ये बाकी सिखां नूं माड़ा कहण।
ਸੋ ਇੱਕ ਭਾਈਚਾਰਾ ਚੱਲਦਾ ਆ ਰਿਹਾ। ਅਸੀਂ ਮੇਰੇ ਨਾਲ, ਮੇਰਾ ਮੈਨੇਜਰ ਹਿੰਦੂ ਹੈ ਯਾਰ, ਮੇਰੇ ਨਾਲ ਪਿਛਲੇ 14 ਸਾਲ ਤੋਂ ਹਿੰਦੂ ਹੈ, ਸਾਡੇ 'ਚ ਕੋਈ ਮਸਲਾ ਹੀ ਨਹੀਂ। ਅਸੀਂ ਕਦੀ ਸੋਚਿਆ ਹੀ ਨਹੀਂ ਕਿ ਯਾਰ ਇਹ ਕਿਸੇ ਧਰਮ ਦਾ ਬੰਦਾ ਜਾਂ ਕੋਈ ਦੂਜਾ, ਸਾਡਾ ਇੱਕ ਪਰਿਵਾਰ। ਅਸੀਂ 5 ਜਾਣੇ ਟੀਮ 'ਚ, ਸਾਡੇ ਨਾਲ 3 ਮੁੰਡੇ ਹੈ ਹੀ ਸਾਰੇ ਜਿਹੜੇ ਕੋਈ ਉਹਨਾਂ 'ਚੋਂ ਲਾ ਲਓ ਤੁਸੀਂ, ਕੋਈ ਸਾਡਾ ਵੀਰ ਖੱਤਰੀ ਆ ਜਾਂ ਕੋਈ ਉਹਦੇ 'ਚੋਂ ਹਿੰਦੂ ਆ। ਤੁਸੀਂ ਇਹ ਚਾਹੇ ਤੂਫਾਨ ਸਿੰਘ ਰਹੀ ਹੋਵੇ, ਤੁਹਾਡੇ ਗੀਤ ਰਹੇ ਹੋਣ, ਇਹ ਕਮਰਸ਼ੀਅਲ ਐਂਗਲ ਤੋਂ ਸੋਚ ਕੇ ਕਰਦੇ ਹੋ ਜਾਂ ਤੁਹਾਡੇ ਅੰਦਰ ਵੀ ਕੋਈ ਕੌਮੀ ਦਰਦ ਹੈ ਜਾਂ ਆਪਦੇ ਅੰਦਰ ਇੱਕ ਤੁਸੀਂ ਧਾਰਮਿਕ ਤੌਰ ਤੇ ਵੱਖਰਾ ਰਣਜੀਤ ਬਾਵਾ ਰੱਖਿਆ ਹੋਇਆ? ਨਹੀਂ ਮੱਕੜ ਸਾਹਿਬ, ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਬੋਲੀ ਲਈ ਕੰਮ ਕਰਦੇ ਹੋ, ਤੁਸੀਂ ਮੰਨ ਲਓ ਮੈਂ ਪੰਜਾਬੀ ਬੋਲੀ ਲਈ ਮੈਨੂੰ ਜੋ ਵੀ ਦਿੱਤਾ, ਮੈਨੂੰ ਬੋਲੀ ਨੇ ਦਿੱਤਾ। ਮੈਂ ਜੇ ਇੱਕ ਪੰਜਾਬੀ ਬੋਲੀ ਲਈ ਗਾਣੇ ਗਾਏ ਤਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਢੇਰਾਂ ਸਾਰਾ ਪਿਆਰ ਦਿੱਤਾ। ਅੱਜ ਵੀ ਅਸੀਂ ਲੋਕਾਂ 'ਚ ਜਾਂਦੇ ਹਾਂ, ਲੋਕ ਸਾਨੂੰ ਬੁੱਕ ਕਰਦੇ ਆ, ਲੋਕ ਸਾਨੂੰ ਪਿਆਰ ਦਿੰਦੇ ਆ। ਤਾਂ ਉੱਥੇ ਤੁਹਾਡੀ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਕੀ ਗਾ ਰਹੇ ਹੋ, ਤੁਸੀਂ ਕੀ ਬੋਲ ਰਹੇ ਹੋ। ਫਸਟ ਆਫ ਆਲ ਸੱਭਿਆਚਾਰ ਕੀ ਹੈ? ਸੱਭਿਆਚਾਰ ਇਹ ਹੈ ਕਿ ਜਦੋਂ ਤੁਸੀਂ ਘਰ ਦੇ ਦਰਵਾਜ਼ੇ 'ਚ ਐਂਟਰ ਕਰਦੇ ਹੋ, ਸੱਭਿਆਚਾਰ ਉੱਥੋਂ ਸ਼ੁਰੂ ਹੁੰਦਾ। ਇੱਕ ਘਰ ਦੇ ਵਿੱਚ ਤੁਹਾਡੀ ਮਾਂ ਆ, ਤੁਹਾਡੀ ਭੈਣ ਆ, ਤੁਹਾਡੀ ਬੀਵੀ ਆ, ਤੁਹਾਡੀ ਚਾਚੀਆਂ ਤਾਈਆਂ, ਜੋ ਵੀ, ਉਹ ਸੱਭਿਆਚਾਰ। ਤੁਸੀਂ ਬਾਹਰ ਨਿਕਲਦੇ ਹੋ, ਤੁਸੀਂ ਥੋੜਾ ਜਿਹਾ ਉਸ ਚੀਜ਼ ਤੋਂ ਹੋ ਜਾਂਦੇ ਵੀ ਯਾਰ ਮੈਂ ਥੋੜਾ ਜਿਹਾ ਆਜ਼ਾਦ ਹੋ ਗਿਆ, ਹੁਣ ਮੈਂ ਸੱਜੇ ਖੱਬੇ ਵੇਖ ਸਕਦਾ। ਸੋ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਦੋਂ ਤੁਸੀਂ ਘਰ ਜਾਂਦੇ ਹੋ, ਇੱਕ ਆਰਟਿਸਟ ਜਦੋਂ ਆਪਣੇ ਘਰ ਜਾਂਦਾ ਤਾਂ ਉਹਦੇ ਅੰਦਰ ਇਹ ਸਾਰਾ ਕੁਝ ਹੁੰਦਾ ਕਿ ਯਾਰ ਮੈਂ ਸਹੀ ਕੰਮ ਕਰ ਰਿਹਾ। ਮੈਨੂੰ ਇਹ ਹੁੰਦਾ ਕਿ ਜੇ ਮੇਰੀ ਮਦਰ ਕਿਤੇ ਜਾਣਗੇ ਜਾਂ ਮੇਰੇ ਘਰ ਦੇ ਕਿਤੇ ਜਾਣਗੇ ਤੇ ਯਾਰ ਉਹਨਾਂ ਨੂੰ ਹਮੇਸ਼ਾ ਲੋਕ ਇੱਕ ਇੱਜ਼ਤ ਨਾਲ ਵੇਖਣ, ਇੱਕ ਲੋਕ ਉਸ ਨਜ਼ਰੀਏ ਨਾਲ ਵੇਖਣ ਕਿ ਮੈਂ ਕੀ ਗਾ ਰਿਹਾ, ਜੋ ਮੈਂ ਗਾਊਂਗਾ ਉਹੀ ਇੱਜ਼ਤ ਉਹਨਾਂ ਨੂੰ ਮਿਲਣੀ। ਸੋ ਮੇਰਾ ਮਕਸਦ ਇਹ ਹੁੰਦਾ ਕਿ ਮੈਂ ਬਹੁਤ ਸਾਰੇ ਗਾਣੇ ਗਾਏ ਸੀ। ਇੱਕ ਗਾਣਾ ਗਾਇਆ ਸੀਗਾ ਕਿ ਇੱਕ ਪਾਸੇ ਗੋਡ ਇਜ਼ ਵਨ ਕਹਿੰਦੇ ਹੋ, ਫਿਰ ਧਰਮਾਂ 'ਚ ਰੱਬ ਨੂੰ ਕੋਈ ਵੰਡ ਲੈਂਦੇ ਹੋ। ਜੇ ਕੌਮਾਂ ਕਿਤੇ ਸੁਰ ਹੋ ਜਾਣ, ਕਿੰਨਾ ਸੋਹਣਾ ਵੱਜੂਗਾ ਰਬਾਬ, ਰੱਬਾ ਮੈਨੂੰ ਇੱਕੋ ਜਾਪ ਦੇ, ਚੜ੍ਹਦਾ ਤੇ ਲਹਿੰਦਾ ਪੰਜਾਬ। ਅਸੀਂ ਮੈਨੂੰ ਫਿਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ, ਜਾਂ ਅਸੀਂ ਬਚਪਨ ਦੇ ਗਾਣਾ ਗਿਆ। ਵੱਖ-ਵੱਖ ਵਿਸ਼ੇ ਹੁੰਦੇ ਜੋ ਮੈਨੂੰ ਚੰਗੇ ਲੱਗਦੇ ਕਿ ਮੇਰੀ ਇੱਕ ਵੋਕਲ ਨੂੰ ਕੀ ਚੰਗਾ ਲੱਗੂਗਾ, ਜਾਂ ਅਸੀਂ ਬਾਬੂ ਜੀ ਰਜਬ ਅਲੀ ਨੂੰ ਗਾਇਆ ਸੀਗਾ। ਸੋ ਮੈਨੂੰ ਲੱਗਦਾ ਕਿ ਇੱਕ ਲਿਟਰੇਚਰ ਜਿਹੜਾ ਲਿਟਰੇਚਰ ਲਿਖਿਆ ਗਿਆ, ਜਾਂ ਜਿਹੜੇ ਇੱਕ ਲਿਰਿਕਲੀ ਜਿਹੜੀਆਂ ਚੀਜ਼ਾਂ ਆ, ਉਹ ਸਾਡੇ ਲੋਕਾਂ ਨੇ ਬਹੁਤ ਹੰਢਾਈਆਂ। ਮਤਲਬ ਜਿਹੜਾ ਇੱਕ ਪਿੰਡਾਂ ਦਾ ਜਿਹੜਾ ਵਾਤਾਵਰਨ ਆ, ਪਿੰਡਾਂ ਦੀ ਜਿਹੜੀ ਗੱਲਬਾਤ ਆ, ਅਸੀਂ ਉਸ ਵਾਤਾਵਰਨ ਚੋਂ ਨਿਕਲੇ ਆ ਤੇ ਉਹ ਗੱਲਾਂ ਮੈਨੂੰ ਲੱਗਦਾ ਤਾਂ ਕਿਤੇ ਨਾ ਕਿਤੇ ਟਰੈਵਲ ਕਰਦੀਆਂ। ਪਿੰਡਾਂ ਤੋਂ ਬਹੁਤ ਸਾਰੇ ਹੋਰ ਵੀ ਗਾਇਕ ਆਏ ਆ, ਹਰੇਕ ਨੇ ਆਪਦੇ ਹਿੱਟ ਹੋਣ ਦਾ ਇੱਕ ਤਰੀਕਾ ਲੱਭਿਆ। ਕੋਈ ਦਾਰੂ ਤੇ ਗੀਤ ਗਾ ਰਿਹਾ, ਹਿੱਟ ਹੋ ਰਿਹਾ, ਕੋਈ ਆਸ਼ਕੀ ਤੇ ਗਾ ਰਿਹਾ। ਤੁਸੀਂ ਸਰਕਾਰਾਂ ਨੂੰ ਵੀ ਚੈਲੰਜ ਕਰਦੇ ਹੋ, ਤੁਸੀਂ ਮੌਕੇ ਦੇ ਨਿਜ਼ਾਮ ਤੇ ਵੀ ਸਵਾਲ ਖੜਾ ਕਰ ਦਿੰਦੇ ਹੋ ਗੀਤਾਂ 'ਚ, ਤੁਸੀਂ ਧਰਮਾਂ 'ਚ ਜਿਹੜੀਆਂ ਚੱਲ ਰਹੀਆਂ ਉਣਤਾਈਆਂ ਉਹਨਾਂ ਤੇ ਵੀ ਸਵਾਲ ਕਰ ਦਿੰਦੇ ਹੋ, ਤੁਸੀਂ ਪੰਜਾਬੀਓ ਜਾਗਦੇ ਕਿ ਸੁੱਤੇ ਵੀ ਗਾ ਦਿੰਦੇ ਹੋ। ਡਰ ਨਹੀਂ ਲੱਗਦਾ ਤੁਹਾਨੂੰ? ਦੇਖੋ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਨਹੀਂ ਬੋਲੋਗੇ, ਜਾਂ ਬਹੁਤ ਸਾਰੇ ਕਲਾਕਾਰ ਚਲੋ ਪਹਿਲੇ ਟਾਈਮਾਂ ਤੋਂ ਵੀ ਆਏ, ਸ਼ੁਰੂ ਤੋਂ ਆਏ, ਪਰ ਮੈਨੂੰ ਲੱਗਦਾ ਕਿ ਇੱਕ ਜਦੋਂ ਤੁਸੀਂ ਕੁਝ ਸੱਚ ਬੋਲਦੇ ਹੋ, ਕੁਝ ਚੰਗਾ ਬੋਲਦੇ ਹੋ, ਤਾਂ ਤੁਹਾਨੂੰ ਪਸੰਦ ਕੀਤਾ ਜਾਂਦਾ। ਗਾਉਣਾ, ਖੈਰ ਗਾਉਣ ਨੂੰ ਮੈਂ ਬਹੁਤ ਸਾਰੇ ਐਸੇ ਮਸਲੇ ਮੈਂ ਚਾਹਾਂ ਯਾਰ ਮੈਨੂੰ ਕੀ ਲੋੜਾ ਕਰਨ ਦੀ। ਮੈਨੂੰ ਇਹ ਲੱਗਦਾ ਕਿ ਇਹ ਚੀਜ਼ਾਂ ਤੁਸੀਂ ਇਹਨੂੰ ਕੋਈ ਵੀ ਚੀਜ਼ ਤੁਸੀਂ ਕਿਸੇ ਤੋਂ ਨਹੀਂ ਲੈ ਸਕਦੇ, ਜਾਂ ਤੁਸੀਂ ਖਰੀਦ ਨਹੀਂ ਸਕਦੇ, ਜਾਂ ਤੁਸੀਂ ਕਿਸੇ ਵੱਲ ਵੇਖ ਕੇ ਨਹੀਂ ਗਾ ਸਕਦੇ। ਹੁਣ ਮੰਨ ਲਓ ਦੂਜੇ ਗਾਣੇ ਚੱਲੀ ਜਾਂਦੇ ਰੈਪ ਵਾਲੇ, ਜਾਂ ਸਾਡੇ ਬਹੁਤ ਸਾਰੇ ਭਰਾ ਗਾਉਂਦੇ, ਚਲੋ ਉਹਨਾਂ ਦੇ ਚੱਲਦੇ ਵੀ ਆ, ਤਾਂ ਮੈਨੂੰ ਲੱਗਦਾ ਕਿ ਯਾਰ ਮੈਂ ਉਹ ਗਾ ਹੀ ਨਹੀਂ ਸਕਦਾ, ਮੇਰੇ ਤੋਂ ਕਿਸੇ ਨੇ ਸੁਣਨੀ ਹੀ ਨਹੀਂ। ਇੱਕ ਤੁਹਾਡੀ ਛਵੀ ਬਣ ਜਾਂਦੀ ਹੈ, ਇੱਕ ਤੁਹਾਡੇ ਤੋਂ ਲੋਕ ਐਕਸਪੈਕਟ ਕਰਦੇ ਆ ਕਿ ਯਾਰ ਇਹ ਬੰਦਾ ਗਾਊਗਾ, ਇਹ ਬੰਦਾ ਕਰ ਸਕਦਾ ਇਹ ਚੀਜ਼। ਤਾਂ ਮੈਨੂੰ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ, ਹੁਣ ਸਾਡੇ ਕੋਲ ਬਹੁਤ ਸਾਰੇ ਗਾਣੇ ਆਉਂਦੇ ਆ, ਤਾਂ ਰੱਬ ਸਬੱਬੀ ਕੁਝ ਐਸਾ ਗਾਣਾ ਚੂਜ਼ ਕੀਤਾ ਜਾਂਦਾ ਕਿ ਯਾਰ ਇਹਦੇ 'ਚ ਕੋਈ ਐਸੀ ਗੱਲ ਹੈਗੀ ਆ ਕਿ ਇਹਦੇ ਵਿੱਚ ਐਸਾ ਦਰਦ। ਹੁਣ ਅਸੀਂ ਕੀ ਇਹ ਤੁਹਾਡਾ ਕਮਰਸ਼ੀਅਲ ਮਾਡਲ ਹੈ ਜਾਂ ਜਜ਼ਬਾਤ ਵੀ ਹੁੰਦੇ ਆ? ਕਿਉਂਕਿ ਮੋਸਟਲੀ ਕਲਾਕਾਰਾਂ 'ਚ ਕੋਈ ਜਜ਼ਬਾਤ ਨਹੀਂ ਹੁੰਦਾ, ਉਹ ਇਹ ਸੋਚਦੇ ਵੀ ਹਿੱਟ ਕੀ ਹੋਣਾ ਹੈ। ਮੈਂ ਦੱਸਦਾ ਮੱਕੜ ਸਾਹਿਬ ਕਿ ਮੇਰੇ 7 ਸਾਲਾਂ ਦੇ ਵਿੱਚ 7 ਸਾਲ ਮੈਨੂੰ ਅਜੇ ਪੂਰੇ ਨਹੀਂ ਹੋਏ ਗਾਉਂਦਿਆਂ, ਤਾਂ 7 ਸਾਲਾਂ ਦੇ ਵਿੱਚ 4-5 ਕੇਸ ਹੋ ਗਏ, 3-4 ਕੁ ਕੇਸ ਹੋ ਗਏ ਇਸੇ ਮਸਲੇ ਤੇ। ਕਿ ਖੈਰ ਮੈਨੂੰ ਲੱਗਦਾ ਕਿ ਕੰਟਰੋਵਰਸੀ ਛੇੜਨ ਨੂੰ ਹੋਰ ਵੀ ਬਹੁਤ ਕੁਝ ਆ। ਮੈਂ ਜੇ ਮੈਨੂੰ ਨਾ ਹੀ ਚਾਹੀਦਾ ਤਾਂ ਮੈਂ ਤਾਂ ਕੁਝ ਗੰਦਮੰਦ ਗਾ ਕੇ ਵੀ ਰੌਲਾ ਤੇ ਪੈ ਹੀ ਜਾਣਾ। ਪਰ ਮੈਨੂੰ ਇਹ ਲੱਗਦਾ ਕਿ ਯਾਰ ਤੁਸੀਂ ਇੱਕ ਜਿਹੜੀ ਬੋਲੀ ਆ, ਤੁਸੀਂ ਜਿਹੜੇ ਉਹਦੇ ਵਿੱਚ ਮਸਲੇ ਆ ਉਹਨਾਂ ਨੂੰ ਛੇੜੋ। ਇੱਕ ਸਟੇਟ ਦੇ ਵਿੱਚ ਜਿਹੜਾ ਕੋਈ ਮਸਲਾ ਚੱਲ ਰਿਹਾ ਆ, ਦੇਖੋ ਸਰਕਾਰਾਂ ਦਾ ਇੱਕ ਅਲੱਗ ਰੋਲ ਆ, ਸਰਕਾਰਾਂ ਦਾ ਮਸਲਾ ਹੀ ਹੋਰ ਆ। ਤੁਸੀਂ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕਦੇ, ਜਾਂ ਮੇਰੇ ਵਰਗਾ ਬੰਦਾ ਮੈਂ ਉਹਨਾਂ ਚੀਜ਼ਾਂ ਨਾਲ ਮੱਥਾ ਨਹੀਂ ਲਾ ਸਕਦਾ। ਮੈਂ ਕਿਸੇ ਪਾਰਟਿਕੂਲਰ ਗਰੁੱਪ ਨਾਲ ਮੱਥਾ ਨਹੀਂ ਲਾ ਸਕਦਾ, ਕਿਸੇ ਧਰਮ ਨਾਲ ਮੱਥਾ ਨਹੀਂ ਲਾ ਸਕਦਾ। ਪਰ ਮੈਨੂੰ ਮੇਰਾ ਪਤਾ ਕਿ ਮੈਂ ਜਿਹੜੀ ਚੀਜ਼ ਬੋਲਣੀ ਆ, ਕਹਿਣੀ ਆ, ਉਹਦਾ ਅਸਰ ਤਾਂ ਹੁੰਦਾ। ਪਰ ਇਹਦਾ ਨੁਕਸਾਨ ਵੀ ਹੋਊਗਾ ਤੁਹਾਨੂੰ ਇੰਨੇ ਬਲੰਟ ਹੋਣ ਦਾ। ਤੁਸੀਂ ਚਿੱਟਾ ਗਾਇਆ, ਤੁਹਾਡੇ ਤੇ ਪਰਚਾ ਦਰਜ ਹੁੰਦਾ, ਮੇਰੇ ਖਿਆਲ ਹੈ ਤੀਜਾ ਜਾਂ ਚੌਥਾ ਪਰਚਾ ਹੋਊਗਾ ਜਿਹੜਾ ਤੁਹਾਡੇ ਤੇ ਦਰਜ ਹੋਇਆ। ਜੀ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਨੁਕਸਾਨ
ਤਾਂ ਹੈਗਾ ਹੀ ਹੈਗਾ। ਫਾਇਦਾ ਭਾਵੇਂ ਮੈਨੂੰ ਫਾਇਦੇ ਦਾ ਤੇ ਮੈਨੂੰ ਪਤਾ ਨਹੀਂ ਇਹਦਾ ਕੋਈ ਫਾਇਦਾ ਹੋਵੇ ਨਾ ਹੋਵੇ, ਪਰ ਉਹ ਚੀਜ਼ਾਂ ਦੇ ਨਾਲ ਇੰਨਾ ਜ਼ਰੂਰ ਆ ਕਿ ਲੋਕ ਯਾਰ ਤੁਹਾਡੇ ਨਾਲ ਖੜਦੇ ਆ। ਜਦੋਂ ਲੋਕ ਤੁਹਾਡੇ ਨਾਲ ਖੜਦੇ ਆ, ਜਦੋਂ ਲੋਕ ਤੁਹਾਡੀ ਹਾਂ 'ਚ ਹਾਂ ਮਿਲਾਉਂਦੇ ਆ, ਲੋਕ ਤੁਹਾਡੇ ਨਾਲ ਚਟਾਨ ਵਾਂਗੂ ਖੜਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦਾ ਦਿਲ ਦੁਖਾ ਕੇ ਜਾਂ ਜਿਹੜੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਮੈਂ ਉਹਨਾਂ ਦਾ ਕੋਈ ਦਿਲ ਦੁਖਾ ਕੇ ਮੈਂ ਕਹਾਂ ਵੀ ਮੇਰੀ ਸਪੋਰਟ 'ਚ ਆ ਗਏ, ਪਰ ਕਿਤੇ ਨਾ ਕਿਤੇ ਹਰ ਬੰਦੇ ਦਾ ਇੱਕ ਨਜ਼ਰੀਆ ਹੁੰਦਾ। ਸੋ ਮੈਨੂੰ ਲੱਗਦਾ ਕਿ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸੋਚ ਕੇ ਕਦੀ ਵੀ ਕੁਝ ਨਹੀਂ ਕੀਤਾ। ਮੈਂ ਕਦੀ ਇਹ ਨਹੀਂ ਸੋਚਦਾ ਕਿ ਯਾਰ ਸੋਚ ਕੇ ਦੂਜੇ ਗਾਣੇ ਮੈਂ ਕਮਰਸ਼ੀਅਲ ਐਂਗਲ ਵਾਲੇ ਜ਼ਰੂਰ ਕੀਤੇ ਆ ਕਿ ਯਾਰ ਇਹ ਗਾਣੇ ਦਾ ਅਸੀਂ ਇੱਦਾਂ ਵੀ ਕਰਾਂਗੇ, ਪਰ ਇਹ ਚੀਜ਼ਾਂ ਸਬੱਬ ਬਣੀਆਂ, ਇਹ ਚੀਜ਼ਾਂ ਹਮੇਸ਼ਾ ਸਬੱਬ ਬਣੀਆਂ। ਤੇ ਤੁਸੀਂ ਅੱਜ ਵੀ ਸਟੈਂਡ ਕਰਦੇ ਹੋ ਉਹ ਸਾਰੀਆਂ ਜੋ ਇੱਕ ਕੱਲੀ ਲਾਈਨ ਜਿਹੜੀ ਉਸ ਗੀਤ 'ਚ ਲਿਖੀ ਹੋਈ ਹੈ, ਉਸ ਵਿਚਾਰਧਾਰਾ ਨਾਲ ਖੜੇ ਹੋ ਤੁਸੀਂ? ਬਿਲਕੁਲ। ਦੇਖੋ ਉਹਦੇ ਵਿੱਚ ਮੈਂ ਫੇਰ ਕਹਿ ਰਿਹਾ ਕਿ ਉਹ ਕਿਸੇ ਧਰਮ ਦਾ ਕੋਈ ਮਸਲਾ ਨਹੀਂ, ਉਹਨੂੰ ਧਰਮ ਨਾਲ ਨਾ ਜੋੜੋ। ਧਰਮ ਤਾਂ ਬਹੁਤ ਸਾਡਾ ਗੁਰੂ ਗ੍ਰੰਥ ਸਾਹਿਬ ਆ, ਗੀਤਾ ਆ, ਕੁਰਾਨ ਆ, ਬਾਈਬਲ ਆ, ਉਹ ਏਡੇ ਏਡੇ ਉੱਚ ਕੋਟੀ ਦੇ ਸੰਤਾਂ ਮਹਾਂਪੁਰਸ਼ਾਂ ਦਾ ਉਹਦੇ ਵਿੱਚ। ਹੁਣ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਵਿਦਾਸ ਜੀ ਦੀ ਅਸੀਂ ਉਹਦੇ 'ਚ ਗੱਲ ਕੀਤੀ, ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਸਾਰੇ ਲੋਕ ਨੈਗਲੈਕਟ ਹੋ ਜਾਂਦੇ ਆ, ਇਹ ਬਹੁਤ ਸਾਰੀਆਂ ਜਾਤਾਂ ਨੈਗਲੈਕਟ ਹੋ ਜਾਂਦੀਆਂ। ਇਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਸਾਡੀ ਕੋਈ ਗੱਲ ਹੀ ਨਹੀਂ ਕਰਦਾ, ਕਿ ਇੱਕ ਜੱਟਾਂ ਦੀ ਗੱਲ ਹੋਈ ਜਾ ਰਹੀ ਹੈ, ਇੱਕ ਪਾਸੇ ਤੁਸੀਂ ਜੱਟਾਂ ਦਾ ਮਸਲਾ ਕਰੀ ਜਾ ਰਹੇ ਹੋ। ਤੁਸੀਂ ਵੀ ਕਰਦੇ ਰਹੇ ਹੋ। ਮੈਂ ਗਾਣਾ ਗਾਇਆ ਸੀ, ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ, ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ। ਇੱਕ ਬੰਦੇ ਨੇ ਲਾਇਸੈਂਸ ਬਣਾਇਆ, ਉਹਦੇ ਕੋਲ ਗੋਲੀ ਚੱਲ ਗਈ ਕਿਤੇ ਖਾਦੀ ਪੀਤੀ 'ਚ, ਤੇ ਮਸਲਾ ਹੀ ਵਿਗੜ ਗਿਆ, ਚੁੱਲ੍ਹੇ 'ਚ ਘਾਹ ਹੋ ਗਿਆ। ਮੈਂ ਜੱਟ ਉਹ ਗਾਇਆ ਸੀ, ਖੈਰ ਮੈਂ ਗਾਇਆ ਸੀ, ਹੋਰ ਵੀ ਕਮਰਸ਼ੀਅਲ ਗਾਏ ਜਦੋਂ ਫਿਲਮਾਂ 'ਚ ਜਿਹੜੇ ਤੀਜੇ ਗੀਤ। ਪਰ ਮੇਰੇ ਗਾਣੇ, ਮੈਂ ਇੱਕ ਗਾਣਾ ਗਾਇਆ ਸੀਗਾ, ਇੱਕ ਕਿਰਸਾਨੀ ਦੇ ਬਹੁਤ ਸਾਰੇ ਗਾਣੇ ਗਏ ਕਿਰਸਾਨ। ਹੁਣ ਵੀ ਅਸੀਂ ਇੱਕ ਗਾਣਾ ਤਿਆਰ ਕਰੀ ਬੈਠੇ ਆ, ਪੈਸਾ 2 ਨੰਬਰ ਦਾ, ਠੀਕ ਹੈ। ਮਤਲਬ ਉਹ ਵੀ ਸੱਟ ਮਾਰਨੀ ਹੈ ਕਿਸੇ ਦੇ ਉਸ ਗੀਤ ਨਾਲ ਵੀ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮੈਂ ਸੋਚ ਕੇ ਕੀਤਾ, ਪਰ ਮੈਨੂੰ ਉਹ ਕਿਸੇ ਨੇ ਕਵਿਸ਼ਰੀ ਭੇਜੀ, ਮੈਨੂੰ ਚੰਗੀ ਲੱਗੀ, ਮੈਂ ਹੁਣ ਉਹ ਗਾਊਂਗਾ। ਹੁਣ ਉਹ ਕਿਤੇ ਨਾ ਕਿਤੇ ਹੋ ਸਕਦਾ ਉਹਦੇ ਵਿੱਚ, ਦੇਖੋ ਜਿਹੜਾ ਚੋਰ ਹੁੰਦਾ ਉਹਨੂੰ ਆਪਣਾ ਪਲਾ ਹੁੰਦਾ, ਜਿਹੜਾ ਚੋਰ ਹੁੰਦਾ, ਜਿਹੜੇ ਬੰਦੇ ਨੂੰ ਲੱਗਦਾ ਕਿ ਯਾਰ ਇਹ ਚੀਜ਼ ਕਿਤੇ ਨਾ ਕਿਤੇ ਮੇਰੇ ਨਾਲ ਖਹਿ ਕੇ ਜਾਂਦੀ ਹੈ ਤਾਂ ਉਹ ਬੋਲੂਗਾ। ਪਰ ਮੈਨੂੰ ਲੱਗਦਾ ਕਿ ਇਦਾਂ ਦਾ ਕੋਈ ਮਸਲਾ ਨਹੀਂ। ਕੋਈ ਤੁਸੀਂ ਇੱਕ ਚੀਜ਼ ਨੂੰ ਪਹਿਲਾਂ ਸੁਣੋ, ਉਹਨੂੰ ਜਾਂਚੋ, ਉਹਨੂੰ ਪਰਖੋ, ਫਿਰ ਮੈਨੂੰ ਲੱਗਦਾ ਉਹਦੇ ਤੇ ਜਿਹੜਾ ਬਹਿਸ ਦੇ ਬੜੇ ਰੂਪ ਹੁੰਦੇ, ਬਹਿਸ ਦੇ ਬੜੇ ਤਰੀਕੇ ਹੁੰਦੇ। ਬਹਿਸ ਦਾ ਇਹ ਮਤਲਬ ਨਹੀਂ ਵੀ ਤੁਸੀਂ ਵੱਢ ਟੁੱਕ ਤੇ ਆ ਜਾਓ, ਜਾਂ ਤੁਸੀਂ ਵਾਇਲੈਂਸ ਤੇ ਆ ਜਾਓ, ਜਾਂ ਤੁਸੀਂ ਉਹ ਕਰ ਦਿਓ, ਜੇ ਕਰ ਦਿਓ, ਉਹ ਮਸਲੇ। ਫਿਰ ਮੈਨੂੰ ਲੱਗਦਾ ਕਿ ਤੁਸੀਂ ਜਿਸ ਚੀਜ਼ ਨੂੰ ਲੀਡ ਕਰ ਰਹੇ ਹੋ ਉਹਨਾਂ ਲੋਕਾਂ ਤੇ ਗਲਤ ਪ੍ਰਭਾਵ ਹੁੰਦਾ, ਉਹ ਲੋਕ ਵੀ ਤੁਹਾਡੇ ਨਾਲ ਉਦਾਂ ਦੇ ਹੀ ਹੋ ਜਾਂਦੇ। ਪਰ ਮਹਿਸੂਸ ਤਾਂ ਹੋਇਆ ਹੋਣਾ ਹੈ, ਘਟੀਆ ਤਰ੍ਹਾਂ ਦੇ ਬਿਆਨ ਆਏ, ਕਿਸੇ ਨੇ ਤੁਹਾਡੇ ਮਾਤਾ ਪਿਤਾ ਬਾਰੇ ਤੱਕ ਬੋਲਿਆ, ਕਿਸੇ ਨੇ ਕਹਿਤਾ ਕਿ ਇੰਨੇ ਲੱਖ ਰੁਪਈਆ ਦੇ ਦਿਆਂਗੇ ਰਣਜੀਤ ਬਾਵੇ ਦਾ ਮੂੰਹ ਕਾਲਾ ਕਰ ਦਿਓ। ਘਰ 'ਚ ਬੈਠ ਕੇ ਜਦੋਂ ਲੋਕਡਾਊਨ ਦਾ ਸਮਾਂ ਸੀ, ਫੇਸਬੁੱਕ ਜਾਂ YouTube ਤੇ ਸਾਰਾ ਕੁਝ ਦੇਖ ਰਹੇ ਸੀ, ਮਹਿਸੂਸ ਤਾਂ ਹੋਈਆਂ ਹੋਣੀਆਂ ਚੀਜ਼ਾਂ। ਮੈਂ ਨਾ 2 ਤਰੀਕ ਨੂੰ ਜਦੋਂ ਅਸੀਂ ਗਾਣਾ ਪਾਇਆ, ਮੈਂ ਬੇਸਿਕਲੀ ਨਾ ਬਹੁਤ ਹੀ ਘੱਟ ਯੂਜ਼ ਕਰਦਾ ਸੋਸ਼ਲ ਮੀਡੀਆ। ਇਹ ਨਹੀਂ ਕਿ ਮੈਂ ਤੁਹਾਨੂੰ ਇਹ ਕਹਦਾ ਵੀ ਮੈਂ ਕੁਝ ਦੇਖਦਾ ਹੀ ਨਹੀਂ। 2 ਤਰੀਕ ਨੂੰ 3 ਨੂੰ ਜਦੋਂ ਵਿਵਾਦ ਸ਼ੁਰੂ ਹੋਇਆ, ਮੈਂ ਸਾਰਾ ਕੁਝ ਡਿਲੀਟ ਕਰਦਾ। ਮੈਂ ਕਿਹਾ ਯਾਰ ਕਿ ਮਸਲਾ ਤਾਂ ਵਿਗੜਨਾ। ਪਰ ਹਾਂ, ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ ਆਏ, ਬਹੁਤ ਸਾਰੇ WhatsApp ਤੇ ਮੈਸੇਜ ਆਉਂਦੇ ਕਿ ਯਾਰ ਬਿਆਨਬਾਜ਼ੀ ਹੋ ਰਹੀ ਹੈ, ਜਾਂ ਉਹ ਕਰ ਰਹੇ ਆ, ਜਾਂ ਇੱਦਾਂ ਕਰ ਰਹੇ ਹੋ। ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਇਹ ਲੋਕ ਵੀਰ ਬੋਲਦੇ ਆ, ਇਹ ਕਿਤੇ ਨਾ ਕਿਤੇ ਇੱਕ ਗਰੁੱਪ ਨੂੰ ਲੀਡ ਕਰ ਰਹੇ ਆ, ਇੱਕ ਇਹਨਾਂ ਦਾ ਆਪਣਾ ਇੱਕ ਜਿਹੜੀ ਜਥੇਬੰਦੀ ਨੂੰ ਲੀਡ ਕਰ ਰਹੇ ਆ। ਤਾਂ ਮੈਨੂੰ ਲੱਗਦਾ ਕਿ ਉਹਦੇ ਤੇ ਇਹ ਸਾਰੀ ਜਥੇਬੰਦੀ ਨੂੰ ਉਹ ਸਾਰੀ ਚੀਜ਼ ਤੇ ਪ੍ਰਭਾਵ ਪੈਂਦਾ, ਉਹ ਸਾਰੀ ਚੀਜ਼ ਭੜਕੀ ਜਾਂਦੀ। ਪੰਜਾਬ 'ਚ ਰਹਿ ਕੇ ਫਿਰ ਗੱਲ ਤਾਂ ਉੱਥੇ ਆ ਜਾਂਦੀ, ਮੈਂ ਕੋਈ ਇਦਾਂ ਦਾ ਬਿਆਨ ਜਾਂ ਵਾਇਲੈਂਟਡ ਗੱਲ ਕਰ ਹੀ ਨਹੀਂ ਸਕਦਾ, ਕਿਉਂਕਿ ਆਰਟਿਸਟ, ਕਲਾਕਾਰ, ਅਸੀਂ ਲੋਕ ਸ਼ਾਂਤੀ ਦੇ ਪ੍ਰਤੀਕ ਹਾਂ, ਔਰ ਅਸੀਂ ਲੋਕ ਪੜ੍ਹੇ ਲਿਖੇ ਹਾਂ, ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ। ਮੈਂ ਕੋਈ ਇੱਥੇ ਉੱਦਾਂ ਦੀ ਗੱਲ ਨਹੀਂ ਕਰਨੀ ਕਿ ਐਂ ਕਰ ਦਾਂਗੇ, ਉਹ ਕਰ ਦਾਂਗੇ। ਖੈਰ ਭੱਜਦੇ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਇਹੀ ਜਿਹੜੀ ਤੁਸੀਂ ਗੱਲ ਕਹੀ ਨਾ, ਇੱਥੇ ਟੋਕਣਾ ਚਾਹੁੰਦਾ, ਐਟ ਦਾ ਐਂਡ ਤੁਸੀਂ ਹਿਊਮਨ ਬੀਇੰਗ ਹੋ, ਪੰਜਾਬੀ ਹੋ, ਨੌਜਵਾਨ ਹੋ, ਕਾਲਜਾਂ 'ਚ ਪੜ੍ਹੇ ਹੋ। ਖੂਨ ਤਾਂ ਹਰੇਕ ਪੰਜਾਬੀ ਦਾ ਵਾਲੇ ਮਾਰਦਾ ਹੈ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਕੋਈ ਵੀ ਧਰਮ ਦੇ ਨਾਲ ਜੁੜਿਆ ਹੋਵੇ। ਸਾਡੀ ਪੰਜਾਬੀਆਂ ਦਾ ਕਰੈਕਟਰਿਸਟਿਕਸ ਹੀ ਇਹੋ ਜਿਹੇ ਹੈ। ਤਾਂ ਕਈ ਵਾਰੀ ਹੁੰਦਾ ਨਹੀਂ, ਕਚੀਚੀ ਜੀ ਨਹੀਂ ਆਉਂਦੀ ਕਿ ਫਲਾਨਾ ਬੰਦਾ ਇਹ ਕੁਝ ਕਹਿ ਰਿਹਾ, ਹਾਲਾਂਕਿ ਰੋਕ ਲੈਂਦੇ ਹੋ ਆਪਦੇ ਆਪ ਨੂੰ, ਗੁੱਸਾ ਤਾਂ ਆਉਂਦਾ ਹੋਣਾ? ਨਹੀਂ, ਬਹੁਤ ਸਾਰੀਆਂ ਚੀਜ਼ਾਂ 'ਚ ਨਾ ਤੁਹਾਡੀ ਅਕਲ ਦਾ, ਖੈਰ ਅਕਲ ਇਸੇ ਚੀਜ਼ ਨੂੰ ਹੀ ਅਕਲ ਕਿਹਾ ਜਾਂਦਾ ਕਿ ਤੁਸੀਂ ਬੋਲਦੇ ਕੀ ਆ, ਤੁਹਾਡੇ ਮੂੰਹੋਂ ਨਿਕਲ ਕੀ ਰਿਹਾ। ਕੁਛ ਲੋਕ ਇੱਦਾਂ ਹੁੰਦੇ ਆ ਕਿ ਕੁਛ ਲੋਕਾਂ ਨੂੰ, ਮੈਂ ਤੁਹਾਨੂੰ ਅੱਗੇ ਦੱਸਿਆ ਵੀ ਕੁਛ ਲੋਕਾਂ ਨੂੰ ਹਥਿਆਰ ਪਸੰਦ ਹੁੰਦੇ, ਕੁਛ ਲੋਕ ਸ਼ਾਂਤੀ ਨਾਲ ਹੀ ਸਾਰਾ ਕੁਝ ਕਰ ਜਾਂਦੇ। ਬਿਲਕੁਲ। ਕੁਛ ਲੋਕਾਂ ਦੀ ਚੁੱਪ ਹੀ ਇੰਨਾ ਖਤਰਨਾਕ ਹੁੰਦੀ ਹੈ ਕਿ ਉਹ
ਚੁੱਪ ਨਾਲ ਹੀ ਸਾਰਾ ਕੁਝ ਕਰ। ਸੋ ਮੈਂ ਇਸ ਚੀਜ਼ 'ਚ ਬਲੀਵ ਕਰਦਾ ਕਿ ਤੁਹਾਡੀ ਜੋ ਤੁਸੀਂ ਗੱਲ ਕਹੀ ਆ, ਜੋ ਤੁਸੀਂ ਬੋਲੇ ਆ, ਉਹਦੇ ਵਿੱਚ ਹੀ ਬਹੁਤ ਕੁਝ ਸੀਗਾ। ਮੈਨੂੰ ਮੈਂ ਖੈਰ ਉਹ ਜਿਹੜੇ ਬੋਲੇ ਮੇਰੇ ਤੋਂ ਸੀਨੀਅਰ ਆ, ਮੈਂ ਉਹਨਾਂ ਦੀਆਂ ਫੋਟੋਆਂ ਵੇਖੀਆਂ, ਮੇਰੇ ਤੋਂ ਉਮਰ 'ਚ ਵੀ ਵੱਡੇ ਆ, ਹੋ ਸਕਦਾ ਅਕਲ 'ਚ ਵੀ ਵੱਡੇ ਹੋਣ। ਨਹੀਂ, ਮੈਂ ਨਹੀਂ ਮੰਨਦਾ ਇਹ ਗੱਲ। ਤੁਸੀਂ ਕਹਿ ਸਕਦੇ ਹੋ ਜਿਹੜਾ ਬੰਦਾ ਕੋਈ ਕਿਸੇ ਦੇ ਮਾਪਿਓ ਤੇ ਬਿਆਨ ਕਰ ਦਿੰਦਾ ਉਹ ਅਕਲ 'ਚ ਵੱਡਾ ਨਹੀਂ ਹੋ ਸਕਦਾ। ਮਾਪਿਓ ਦਾ ਮਸਲਾ ਹੈ ਕਿ ਹੁਣ ਸਾਡੇ ਮਾਪੇ ਨੇ ਸਾਨੂੰ ਇਹ ਸਿਖਾਇਆ ਕਿ ਯਾਰ ਤੁਸੀਂ ਕਿਸੇ ਨੂੰ ਆਪਣੇ ਤੋਂ ਵੱਡੇ ਨੂੰ ਇੱਜ਼ਤ ਦਿਓ, ਭਾਵੇਂ ਉਹ ਤੁਹਾਡੇ ਤੋਂ 1 ਮਹੀਨਾ ਹੀ ਵੱਡਾ ਹੀ ਹੁੰਦਾ। ਇਹ ਮੈਨੂੰ ਲੱਗਦਾ ਕਿ ਜਾਂ ਫਿਰ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਨਹੀਂ ਦੱਸਿਆ ਕਿ ਤੁਸੀਂ ਭਾਈ ਕੀ ਬਿਆਨ ਦੇਣੇ। ਸੋ ਮੈਨੂੰ ਲੱਗਦਾ ਕਿ ਜਦੋਂ ਕੋਈ ਬੰਦਾ ਕਿਸੇ ਵੀ ਕੌਮ ਨੂੰ ਲੀਡ ਕਰ ਰਿਹਾ, ਕਿਸੇ ਵੀ ਜਥੇਬੰਦੀ ਨੂੰ ਲੀਡ ਕਰ ਰਿਹਾ, ਉਹਨੂੰ ਬਹੁਤ ਜ਼ਿਆਦਾ ਸਟੱਡੀ ਕਰਨੀ ਚਾਹੀਦੀ ਆ, ਉਹਨੂੰ ਬਹੁਤ ਜ਼ਿਆਦਾ ਪਰਖਣਾ ਚਾਹੀਦਾ ਕਿ ਤੁਸੀਂ ਪੰਜਾਬ ਬਾਰੇ ਵੇਖ ਲਓ ਕਿ ਇੱਥੇ ਚੱਲ ਕੀ ਰਿਹਾ। ਕੱਟਰਵਾਦ ਕਾਹਦਾ ਯਾਰ, ਤੁਸੀਂ ਕਾਹਨੂੰ ਲੜਾਉਂਦੇ ਹੋ ਲੋਕਾਂ ਨੂੰ, ਕਿਉਂ ਆਪਣੇ ਲੋਕਾਂ 'ਚ ਤੁਸੀਂ ਨਫ਼ਰਤ ਭਰੀ ਜਾਂਦੇ ਹੋ। ਮੰਨ ਲਓ ਹੁਣ ਮੈਂ ਹੀ ਆ, ਮੇਰੇ ਨਾਲ 10 ਬੰਦੇ ਪਿੱਛੇ ਖੜੇ ਆ, ਮੈਂ ਕੋਈ ਇੱਥੇ ਖਤਰਨਾਕ ਬਿਆਨ ਦਿੰਦਾ ਤੇ ਉਹਨਾਂ 10 ਨੇ ਆਟੋਮੈਟਿਕਲੀ ਉਹਨਾਂ ਦਾ ਆਉਣਾ, ਜਾਂ ਹਾਲਾਂਕਿ ਮੈਂ ਉਹਨਾਂ ਦੱਸਣ ਕਹਾਂ ਵੀ ਯਾਰ ਕੋਈ ਏਡਾ ਮਸਲਾ ਨਹੀਂ, ਕੋਈ ਗੱਲ ਨਹੀਂ, ਆਪਾਂ ਉਹ ਵੀ ਇੱਕ ਤਰੀਕਾ ਹੁੰਦਾ। ਪਰ ਮੈਨੂੰ ਲੱਗਦਾ ਕਿ ਉਹ ਜਾਂ ਤਾਂ ਸੋਸ਼ਲ ਮੀਡੀਆ ਉਹਨਾਂ ਕੋਲ ਪਹਿਲੀ ਵਾਰੀ ਪਹੁੰਚਿਆ, ਇੰਟਰਵਿਊ ਇਦਾਂ ਹੋਈਆਂ, ਗਲਤ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ। ਧਾਰਮਿਕ ਕਿੰਨੇ ਕੁ ਤੁਸੀਂ ਆਪ? ਧਾਰਮਿਕ ਕਿਸ ਪੱਖ ਤੋਂ? ਕਿੰਨੇ ਰਿਲੀਜੀਅਸ ਹੋ ਆਪਦੇ ਧਰਮ ਦੇ ਵਿੱਚ? ਕਿੰਨਾ ਬਿਲੀਵ ਹੈ ਤੁਹਾਡਾ? ਮੇਰੀ ਆਸਥਾ ਬਹੁਤ ਆ, ਪਹਿਲੇ ਦਿਨ ਤੋਂ ਹੀ ਆਸਥਾ ਬਹੁਤ ਹੈ, ਕਿਉਂਕਿ ਪਹਿਲੇ ਦਿਨ ਤੋਂ ਜਦੋਂ ਤੋਂ ਮੈਂ ਮਿਹਨਤ ਕੀਤੀ ਆ, ਮੈਂ ਕਦੀ ਪਰਮਾਤਮਾ ਤੋਂ ਮੰਗਿਆ ਨਹੀਂ ਵੀ ਮੈਨੂੰ ਮੇਰੀ ਮਿਹਨਤ ਦਾ ਦੇ। ਮੇਰੀ ਹਮੇਸ਼ਾ ਇੱਕ ਅਰਦਾਸ ਬੇਨਤੀ ਇਹ ਹੋ ਰਹੀ ਆ ਕਿ ਕਰਨ ਕਰਾਉਣ ਵਾਲਾ ਉਹ ਆਪ ਹੁੰਦਾ। ਦੇਖੋ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਅਸੀਂ ਮੰਗਦੇ ਹਾਂ, ਅਸੀਂ ਸ਼ੁਕਰਾਨਾ ਨਹੀਂ ਕਰਦੇ, ਅਸੀਂ ਧੰਨਵਾਦ ਨਹੀਂ ਕਰਦੇ, ਹਾਲਾਂਕਿ ਜੋ ਮਿਲ ਹੀ ਜਾਂਦਾ ਅਸੀਂ ਉਸ ਤੋਂ ਬਾਅਦ ਫੇਰ ਮੰਗਦੇ ਹਾਂ। ਬਟ ਮੇਰੀ ਇੱਕ ਆਸਥਾ ਇਹ ਰਹੀ ਆ ਕਿ ਮੈਂ ਹਮੇਸ਼ਾ ਧੰਨਵਾਦ ਕੀਤਾ, ਸ਼ੁਕਰ ਕੀਤਾ ਮਾਲਕ ਦਾ, ਕਿਉਂਕਿ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਜਦੋਂ ਮੈਂ ਯੂਨੀਵਰਸਿਟੀ ਕਾਲਜ ਪੜ੍ਹਦਾ ਸੀ ਕਿ ਮੈਂ ਜੇ ਸੁਪਨਾ ਬਹੁਤ ਵੱਡਾ ਲੈ ਲਿਆ, ਕਲਾਕਾਰੀ ਬੰਦਾ, ਕੱਲ ਨੂੰ ਨਾ ਪੂਰਾ ਹੋਇਆ ਤਾਂ ਮੈਂ ਸਾਰੀ ਜ਼ਿੰਦਗੀ ਝੁਰ ਜਾਣਾ। ਸੋ ਉਸ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਮੇਰਾ ਬਲੀਵ ਇਹ ਜ਼ਰੂਰ ਆ ਕਿ ਪ੍ਰਮਾਤਮਾ ਤੋਂ ਜੇ ਰਾਤ ਹੁੰਦੀ ਆ ਤਾਂ ਸਵੇਰ ਦਾ ਸ਼ੁਕਰ ਮੰਗੀਦਾ, ਜੇ ਸਵੇਰ ਲੰਘ ਜੇ ਤੇ ਰਾਤ ਦਾ ਸ਼ੁਕਰ ਮੰਗੀਦਾ। ਇੰਨਾ ਕੁ ਮੇਰਾ ਬਲੀਵ ਹੈਗਾ ਆਪਣੇ ਗੁਰੂ ਚ ਮਹਾਰਾਜ। ਕਿਉਂਕਿ ਚਾਹੇ ਪੰਜਾਬੀਓ ਜਾਗਦੇ ਕਿ ਸੁੱਤੇ ਦੀ ਗੱਲ ਹੋਵੇ, ਆਪਾਂ ਤੂਫਾਨ ਸਿੰਘ ਦੀ ਵੀ ਪਹਿਲਾਂ ਗੱਲ ਕਰਕੇ ਹਟੇ ਆ, ਉਹੀ ਕਹਿ ਰਿਹਾ ਕਿ ਜਿਹੜਾ ਇੱਕ ਕੌਮ ਦਾ ਦਰਦ ਹੈ, ਕਿਉਂਕਿ ਕੌਮ ਨੇ ਹੰਢਾਇਆ ਬਹੁਤ ਕੁਝ ਹੈ, ਤਾਂ ਕਿ ਤੁਸੀਂ ਜਿਸ ਇਲਾਕੇ ਤੋਂ ਆਪ ਜੰਮਪਲ ਹੋ, ਤੁਸੀਂ ਉਸ ਇਲਾਕੇ ਨੇ ਦੇਖਿਆ ਬਹੁਤ ਕੁਝ ਹੈ, ਤਾਂ ਤੁਸੀਂ ਸੁਣੀ ਹੈ, ਜ਼ਾਹਰ ਜੀ ਗੱਲ ਹੈ, ਬਚਪਨ ਤੋਂ ਚੀਜ਼ਾਂ ਦੇਖੀਆਂ, ਕੀ ਉਹ ਨਾਲ ਲੈ ਕੇ ਚੱਲਦੇ? ਦੇਖੋ ਪਹਿਲੇ ਦਿਨ ਤੋਂ ਮਾੜੇ ਲੀਡਰਾਂ ਦਾ, ਮਾੜੇ ਆਗੂਆਂ ਦਾ, ਮਾੜੇ ਪ੍ਰਧਾਨਾਂ ਦੀ ਭੇਟ ਚੜੀ। ਜਿਹੜੀ ਵੀ ਚੀਜ਼ ਅੱਜ ਦੀ ਡੇਟ 'ਚ ਦੰਗੇ ਹੋਏ ਆ, ਫਿਰਕਾ ਪ੍ਰਸਤ ਹੋਇਆ, ਕੋਈ ਵੀ ਚੀਜ਼, ਉਹ ਹਮੇਸ਼ਾ ਵਾਇਲੈਂਸ ਜਿੱਥੇ ਵੀ ਕ੍ਰੀਏਟ ਹੋਈ ਆ, ਉਹ ਹਮੇਸ਼ਾ ਮਾੜੇ ਆਗੂਆਂ ਕਰਕੇ ਹੋਈ ਆ। ਸਾਡੇ ਕਿੰਨੇ ਸਿੱਖ ਯੋਧੇ ਆ ਜਾਂ ਸਿੱਖ ਲੋਕ ਅੱਜ ਦੀ ਡੇਟ 'ਚ, ਯਾਰ ਭਗਤ ਸਿੰਘ ਹੋਣਾ ਤੋਂ ਵੀ ਉੱਤੇ, ਜਾਂ ਬਾਬਾ ਦੀਪ ਸਿੰਘ ਹੋਣੀ, ਜਾਂ ਹੋਰ ਕਿੰਨੇ ਯੋਧੇ ਲਾ ਲਓ ਤੁਸੀਂ, ਕਿੰਨਿਆਂ ਦੇ ਨਾਂ ਗਿਣ ਲਓ। ਕਦੀ ਮੈਨੂੰ ਨਹੀਂ ਲੱਗਦਾ ਉਹਨਾਂ ਛਾਲਾਂ ਮਾਰੀਆਂ ਹੋਣ, ਜਾਂ ਉਹਨਾਂ ਕਦੀ ਕਿਹਾ ਹੋਇਆ ਵੀ ਅਸੀਂ ਐਂ ਕੀਤਾ ਜਾਂ ਉਹ ਕਰ ਦਾਂਗੇ, ਜਾਂ ਉਹ ਕਰ ਦਾਂਗੇ। ਸੋ ਮੈਨੂੰ ਲੱਗਦਾ ਕਿ ਉਹ ਜਿਹੜੀ ਇੱਕ ਤੁਹਾਡੇ ਅੰਦਰ ਤੁਹਾਡੀ ਬੋਲੀ ਦਾ ਦਰਦ ਆ, ਤੁਹਾਡੀ ਕੌਮ ਦਾ ਦਰਦ ਆ, ਤੁਹਾਡੇ ਲੋਕਾਂ ਦਾ ਦਰਦ ਆ, ਉਹ ਕਿਤੇ ਨਾ ਕਿਤੇ ਹੋਣਾ ਜ਼ਰੂਰੀ ਆ। ਤੁਸੀਂ ਕਿਸੇ ਵੀ ਬੇਸਿਕਲੀ ਜਿਹੜਾ ਇਹ ਫੀਲਡ ਆ, ਭਾਵੇਂ ਤੁਸੀਂ ਗੀਤਕਾਰ ਹੋ, ਗੁਲਜ਼ਾਰ ਸਾਹਿਬ ਦਾ ਇੱਕ ਬਹੁਤ ਸੋਹਣਾ ਸ਼ੇਰ ਸੀ। ਗੁਲਜ਼ਾਰ ਸਾਹਿਬ ਕਹਿੰਦੇ कि कोई शख्स उसे पासपोर्ट ऑफिसर ने पूछा कि कोई निशान दिखाओ, कोई मोर दिखाओ अपने पासपोर्ट पे, तो कहना उसने शर्ट उतार कर बोला सर कुछ 84 के दंगों के निशान है। सो बंदा किते भी चला जावे, 84 ਦਾ ਅਸਰ ਹੈਗਾ ਤੁਹਾਡੀ ਜ਼ਿੰਦਗੀ ਤੇ? ਆਪਰੇਸ਼ਨ ਬਲੂ ਸਟਾਰ ਦਾ ਸਾਡੇ ਬਜ਼ੁਰਗ 47 ਚ ਉੱਥੋਂ ਆਏ, ਹੁਣ ਮੇਰੇ ਅੰਦਰ ਉਹ ਵੀ ਗਿਆ ਸੀ, ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਓ, ਮੇਰਾ ਅੱਜ ਵੀ ਦਿਲ ਕਰਦਾ ਮੈਂ ਉੱਥੇ ਜਾਵਾਂ, ਮੈਂ ਉਹ ਘਰ ਵੇਖਾਂ। ਨਾਸਰ ਢਿੱਲੋਂ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਸਾਡੇ ਬਜ਼ੁਰਗਾਂ ਦਾ ਪਿੰਡ ਦਿਖਾ ਕੇ ਲਿਆਓ ਮੈਨੂੰ, ਨਾਸਰ ਉਹਨਾਂ ਨੇ ਗਏ, ਸਾਡੇ ਉੱਥੇ ਸਾਡਾ ਪਿੰਡ ਆ ਮਾਨਕ। ਜੋ ਵੀ ਸਮੇਂ ਦੇ ਨਾਲ ਹੋਇਆ, ਜੋ ਵੀ ਪੰਜਾਬ 'ਚ ਪੰਜਾਬੀ ਬੋਲੀ ਦੇ ਵਿੱਚ ਬਟਵਾਰੇ ਹੋਏ, ਬਰਤਾਂਤ ਹੋਇਆ, ਦੁੱਖ ਹੋਇਆ, ਜਾਂ ਕਦੀ ਵੀ ਇੱਦਾਂ ਦੇ ਝੱਖੜ ਤੂਫਾਨ ਝੱਲੇ, ਉਹ ਚੀਜ਼ਾਂ ਹਮੇਸ਼ਾ ਜਦੋਂ ਤੁਸੀਂ ਪੜ੍ਹਿਆ ਸੁਣਿਆ ਹੋਵੇ ਤਾਂ ਉਹ ਚੀਜ਼ਾਂ ਤਾਂ ਤੁਹਾਡੇ ਤੇ ਅਸਰ ਕਰਦੀਆਂ। ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਸੁਣਿਆ ਹੀ ਨਹੀਂ, ਤੁਸੀਂ ਕਿਸੇ ਚੀਜ਼ ਬਾਰੇ ਪੜ੍ਹਿਆ ਹੀ ਨਹੀਂ, ਤਾਂ ਉਹ ਚੀਜ਼ ਤਾਂ ਤੁਹਾਡੇ ਤੇ ਅਸਰ ਨਹੀਂ ਹੋਣਾ। ਹੁਣ ਮੈਂ ਖਾਲਸਾ ਕਾਲਜ ਪੜ੍ਹਿਆ ਤਾਂ ਸਾਡਾ ਇੱਕ ਗਰੁੱਪ ਸੀ, ਸਾਡੇ ਪ੍ਰੋਫੈਸਰ ਸੀ, ਪ੍ਰੋਫੈਸਰ ਦਵਿੰਦਰ ਸਿੰਘ, ਮੇਰਾ ਬਾਬਾ ਨਾਂ ਉਹਨਾਂ ਹੀ ਦਿੱਤਾ ਸੀ ਬੇਸਿਕਲੀ। ਤਾਂ
ਤੁਹਾਡੀ ਕੰਪਨੀ ਬਹੁਤ ਮੈਟਰ ਕਰਦੀ, ਸੰਗਤ ਬਹੁਤ ਮੈਟਰ ਕਰਦੀ। ਤੁਸੀਂ ਪੜ੍ਹ ਕੀ ਰਹੇ ਹੋ, ਤੁਸੀਂ ਕੁਝ ਪੜ੍ਹ ਰਹੇ ਹੋ, ਤੁਸੀਂ ਕੁਝ ਸੁਣ ਰਹੇ ਹੋ। ਜੋ ਤੁਸੀਂ ਪੜ੍ਹ ਰਹੇ ਹੋ, ਜੋ ਤੁਸੀਂ ਸੁਣ ਰਹੇ ਹੋ, ਤੁਹਾਡੀ ਤਬੀਅਤ 'ਤੇ ਅਸਰ ਉਸੇ ਚੀਜ਼ ਦਾ ਹੋਣਾ। ਹੁਣ ਬਹੁਤ ਸਾਰੇ ਲੋਕਾਂ ਦੇ ਗਾਣੇ ਉੱਦਾਂ ਦੇ ਆ ਰਹੇ ਆ, ਤਾਂ ਮੈਨੂੰ ਲੱਗਦਾ ਹੁਣ ਫਿਰ ਇਹੋ ਜਿਹੇ ਗੀਤ ਜਦੋਂ ਗਾਉਣੇ ਹੋ, ਕਦੇ ਇਹ ਨਹੀਂ ਲੱਗਦਾ ਕਿ ਸ਼ਾਇਦ ਕਮਰਸ਼ੀਅਲ ਹਿੱਟ ਨਾ ਮਿਲੇ ਇਹਨੂੰ? ਨਹੀਂ, ਕਮਰਸ਼ੀਅਲ ਬਹੁਤ ਸਾਰੇ ਗਾਣੇ ਨਾਲ ਹਿੱਟ ਹੋਏ ਆ। ਤੁਸੀਂ ਮੇਰੇ ਕਿੰਨੇ ਗਾਣੇ ਲਾ ਲਓ ਜਿਹੜੇ ਲੋਕ ਨਹੀਂ ਉਹ ਹਿੱਟ ਹੋ ਰਹੇ ਆ। ਹਾਂਜੀ। ਜਦੋਂ ਇਹੋ ਜਿਹਾ ਕੋਈ ਪ੍ਰੋਜੈਕਟ ਕਰਦੇ ਹੋ, ਉਹ ਜਜ਼ਬਾਤ ਹੀ ਹੁੰਦਾ ਸਿਰਫ? ਇਹ ਗਾਣੇ ਸੁਣ ਮੈਨੂੰ, ਅਸੀਂ ਜਦੋਂ ਮੇਰਾ ਕੀ ਕਸੂਰ ਪਾਇਆ ਸੀ, ਮੈਂ ਤੁਹਾਨੂੰ ਦੱਸਦਾ। ਇਹ 3 ਸਾਲ ਪਹਿਲਾਂ ਦਾ ਗਾਣਾ ਵੀਰ ਸਿੰਘ ਹੁਣਾਂ ਨੇ ਲਿਖਿਆ ਸੀ, ਤਾਂ ਸਾਡੇ ਕੋਲ ਗਾਣਾ ਬਣਿਆ ਪਿਆ ਸੀ। ਤਾਂ ਅਸੀਂ ਜਿੱਦਣ ਪਾਇਆ, ਮੈਂ ਕਿਹਾ ਯਾਰ ਕਿ ਹਨੀ ਮੁੰਡਾ ਸਾਡਾ ਜਿਹੜਾ ਦੇਖਦਾ, ਮੈਂ ਕਿਹਾ ਹਨੀ ਹੋ ਸਕਦਾ ਕੋਈ ਨਾ ਸੁਣੇ ਯਾਰ ਇਹਨਾਂ ਦਿਨਾਂ 'ਚ, ਨਾ ਤਾਂ ਆਪਾਂ ਸ਼ੂਟ ਕਰ ਸਕਦੇ ਹਾਂ, ਨਾ ਹੀ ਕੋਈ ਆਪਣੇ ਕੋਲ ਉੱਦਾਂ ਦਾ ਗਾਣਾ ਪਿਆ। ਕਿਉਂਕਿ ਮਿਊਜ਼ੀਕਲੀ ਜਿਹੜੇ ਕਮਰਸ਼ੀਅਲ ਦੂਜੇ ਗਾਣੇ ਆ ਲੋਕੀ ਗੱਡੀਆਂ ਗੁੱਡੀਆਂ 'ਚ ਵਜਾਉਂਦੇ ਆ ਜਾਂ ਤਾਂ ਇਹ ਇੱਕ ਇੱਦਾਂ ਦਾ ਮੈਸੇਜ ਆਪਾਂ ਆਪਣੇ ਚੈਨਲ ਤੇ ਪਾ ਦਿੰਦੇ ਆ, ਹੋ ਸਕਦਾ ਕੋਈ ਨਾ ਸੁਣੇ। ਪਹਿਲਾਂ ਅਸੀਂ ਪੱਖ ਇਹੋ ਹੀ ਲੈ ਕੇ ਚੱਲਦੇ ਇੱਦਾਂ ਦੇ ਗਾਣਿਆਂ ਦਾ। ਭਾਵੇਂ ਅਸੀਂ ਉਹ ਗਾਣਾ ਮੈਂ ਸੰਤਰਾ ਉਦਾਸੀ ਦਾ ਗਾਇਆ ਸੀ, ਤੂੰ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਧਰਾਂ ਤੇ ਸੰਗਲ ਰਹੇ। ਹੁਣ ਅਸੀਂ ਉਹਨਾਂ ਦਾ ਇੱਕ ਗਾਣਾ ਬਣਿਆ ਪਿਆ, ਉੱਠ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ। ਸੋ ਹੋ ਸਕਦਾ ਇਹ ਗਾਣੇ ਕੋਈ ਨਾ ਸੁਣੇ, ਪਰ ਇਹ ਗਾਣੇ ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਸਾਡੇ ਮੇਰੇ ਨਾਨੀ ਜੀ ਗਾਉਂਦੇ ਹੁੰਦੇ ਸੀ, ਉਹ ਵੀ ਉਧਰੋਂ ਆਏ ਸੀ। ਉਹ ਸੰਤਰਾ ਉਦਾਸੀ, ਉਹ ਮੈਂ ਜਦੋਂ ਨਾਨਕੇ ਜਾਣਾ ਮੇਰੇ ਮਾਮਾ ਜੀ ਨੇ ਗਾਉਣਾ, ਤਾਂ ਉਹ ਮੇਰੇ ਤੇ ਅਸਰ ਸੀ। ਮੈਂ ਉਦੋਂ ਨਹੀਂ ਸੀ ਸੋਚਿਆ ਕਿ ਮੈਂ ਯਾਰ ਕਲਾਕਾਰ ਬਣ ਜਾਣਾ, ਪਰ ਉਹ ਚੀਜ਼ ਮੇਰੇ ਅੰਦਰ ਸੀ, ਉਹ ਚੀਜ਼ ਮੇਰੇ ਅੰਦਰ ਪੈ ਗਈ। ਤਾਂ ਮੈਨੂੰ ਸੀਗਾ ਮੈਂ ਉਹਨੂੰ ਕੱਢਣਾ, ਮੈਂ ਉਹਨੂੰ ਗਾਇਆ, ਮੈਂ ਉਹਨੂੰ ਕੱਢਿਆ। ਮੈਂ ਸੁਹਾਗ ਗਾਇਆ ਸੀ, ਅਸੀਂ ਸੁਹਾਗ ਗਾਇਆ। ਸੁਹਾਗ ਸਾਡੇ ਘਰਾਂ 'ਚ ਗਾਉਂਦੇ ਆ, ਮੇਰੇ ਮੰਮੀ ਗਾਉਂਦੇ ਹੁੰਦੇ ਸੀ, ਕਿਉਂਕਿ ਇਹ ਚੀਜ਼ਾਂ ਤੁਹਾਡੇ ਆ, ਤਾਂ ਉਹ ਚੀਜ਼ਾਂ ਤੁਹਾਡੇ ਨਾਲ ਚੱਲਦੀਆਂ। ਤੁਸੀਂ ਕੀ ਸੁਣਿਆ, ਤੁਸੀਂ ਕੀ ਲਿਆ। ਪਰ ਕੀ ਇਹ ਫਰਕ ਪੈਂਦਾ ਹੈ ਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਗਾਇਕੀ ਦਾ ਬੰਦੂਕਾਂ ਦੀਆਂ, ਨੱਡੀਆਂ ਦੀਆਂ, ਕਾਰਾਂ ਦੀਆਂ, ਗੱਡੀਆਂ ਦੀਆਂ ਉਹ ਗੱਲਾਂ ਕਰ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਵੇਂ ਕਹਿ ਰਹੇ ਹੋ, ਜੋ ਪੜ੍ਹਿਆ, ਜੋ ਦੇਖਿਆ, ਸੰਗਤ ਦਾ ਅਸਰ ਪੈਂਦਾ ਹੈ। ਤੁਸੀਂ ਜਿਹੋ ਜੀ ਪਰਵਰਿਸ਼, ਤੁਸੀਂ ਕਹਿ ਰਹੇ ਹੋ ਕਿ ਮਾਤਾ ਤੋਂ ਮੁਤਾਸਰ ਹੋ ਕੇ ਬਹੁਤ ਸਾਰੇ ਗੀਤ ਤੁਸੀਂ ਗਾਤੇ, ਪਰ ਬਹੁਤ ਸਾਰੇ ਬੰਦੇ ਸ਼ਾਇਦ ਉਹ ਨਹੀਂ ਗਾ ਰਹੇ। ਇਸ ਗੱਲ ਦਾ ਪਰਿਵਾਰਕ, ਕਿਉਂਕਿ ਬਹੁਤ ਘੱਟ ਸਿੰਗਰ ਮੈਂ ਸੁਣੇ ਹੋਣੇ ਜਿਹੜੇ ਕਹਿਣ ਕਿ ਪਰਿਵਾਰਕ ਪਿਛੋਕੜ ਦੇ ਬੇਸਿਸ ਤੇ ਅਸੀਂ ਗੀਤ ਗਾਏ ਹੋਣ। ਅਸੀਂ ਨਾ 2016 'ਚ ਸਾਡਾ ਇੱਕ ਹੁਸ਼ਿਆਰਪੁਰ ਪ੍ਰੋਗਰਾਮ ਸੀ, ਜਿਹੜੀ ਚੀਜ਼ ਨੇ ਮੇਰੇ ਤੇ ਅਸਰ ਕੀਤਾ। ਸਾਡੇ ਤੋਂ ਪਹਿਲਾਂ ਕੋਈ ਸਾਡਾ ਸੀਨੀਅਰ ਸਿੰਗਰ ਗਾ ਰਿਹਾ ਸੀ, ਖੈਰ ਮੈਨੂੰ ਉਦੋਂ 2 ਸਾਲ ਹੋਏ ਸੀ, 2016 'ਚ 2-3 ਸਾਲ। ਅਸੀਂ ਜਾ ਕੇ ਉੱਪਰ ਵੇਟ ਕਰਨ ਲੱਗੇ, ਜਿਹੜਾ ਡਰੈਸਿੰਗ ਰੂਮ ਹੁੰਦਾ ਪੈਲਸ ਰਿਜ਼ੋਰਟ ਦੇ ਵਿੱਚ। ਤਾਂ ਉਹ ਪਰਿਵਾਰ ਆ ਕੇ ਕਹਿੰਦਾ ਕਿ ਬੇਟਾ ਅਸੀਂ ਨਾ ਫੋਟੋਆਂ ਕਰਾਉਣੀਆਂ ਸਾਰਿਆਂ ਨੇ, ਸਾਡੇ ਪਰਿਵਾਰ ਆ, ਸਾਡਾ ਸਾਰਾ ਪਰਿਵਾਰ। ਤੇ ਅਸੀਂ ਕਿਹਾ ਵੀ ਕੋਈ ਨਹੀਂ ਜੀ, ਸਦਕੇ ਆਓ ਤੁਸੀਂ, ਅਸੀਂ ਆਏ ਆ ਤੁਹਾਡੇ ਕੋਲ। ਤੇ ਉਹ ਗੱਲ ਕਰਨ ਲੱਗੇ ਕਿ ਯਾਰ ਅਸੀਂ ਜਿਹੜਾ ਸਿੰਗਰ ਬਾਹਰ ਗਾ ਰਿਹਾ ਸੀ ਉਹਨਾਂ ਨਾਲ ਫੋਟੋਆਂ ਨਹੀਂ ਕਰਾਈਆਂ। ਅਸੀਂ ਮਨਾ ਕੀਤਾ ਸੀ ਵੀ ਉਹ ਚਲੋ ਸਾਡੇ ਕਿਸੇ ਰਿਸ਼ਤੇਦਾਰ ਨੇ ਜਾਂ ਸਾਡੇ ਕਿਸੇ ਪ੍ਰਾਹੁਣੇ ਨੇ ਜਿੱਦ ਚ ਲਵਾਇਆ ਬੰਦਾ, ਪਰ ਅਸੀਂ ਕਾਕਾ ਜੀ ਤੁਹਾਡੇ ਨਾਲ ਫੋਟੋ ਕਰੋ। ਉਹ ਚੀਜ਼ ਮੇਰੇ ਅੱਜ ਵੀ ਦਿਮਾਗ 'ਚ ਆ, ਅੱਜ ਵੀ ਜ਼ਿਹਨ 'ਚ ਆ ਵੀ ਯਾਰ ਇਹ ਚੀਜ਼ ਆ, ਇਹ ਤੁਹਾਡੇ ਗਾਣਿਆਂ ਦਾ ਅਸਰ ਹੁੰਦਾ, ਇਹੀ ਸੱਭਿਆਚਾਰ, ਇਹੀ ਤੁਹਾਡੀ ਗਾਉਣ ਨੂੰ ਤਾਂ ਗਾਈ ਜਾਓ, ਭਾਵੇਂ ਸਾਰੀ ਉਮਰ ਗਾਈ ਜਾਓ, ਪਰ ਤੁਹਾਨੂੰ ਇਹੀ ਸਬਕ ਹੁੰਦਾ। ਤੁਸੀਂ ਹਰ ਪੈਰ ਤੇ ਸਿੱਖਦੇ ਹੋ, ਹਰ ਜਗ੍ਹਾ ਸਿੱਖਦੇ ਹੋ। ਮਤਲਬ ਤੁਹਾਨੂੰ ਇਹ ਚੀਜ਼ ਨੇ ਮੇਰੇ ਤੇ ਬਹੁਤ ਅਸਰ ਕੀਤਾ। ਸੋ ਉਹ ਉਹਨਾਂ ਦਾ ਨਿੱਜੀ ਮਸਲਾ। ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਦੋਂ ਕੋਈ ਵੀ ਕਲਾਕਾਰ ਨਵਾਂ ਇੰਡਸਟਰੀ 'ਚ ਆਉਂਦਾ, 1-2 ਸਾਲ ਸ਼ੋਹਰਤ ਐਸੀ ਚੀਜ਼ ਆ ਕਿ ਸ਼ੋਹਰਤ 2-3 ਸਾਲ ਤਾਂ ਬੰਦੇ ਦੇ ਪੈਰ ਹੀ ਨਹੀਂ ਲੱਗਣ ਦਿੰਦੀ, ਦਿਮਾਗ ਬੜਿਆਂ ਦਾ ਖਰਾਬ ਕਰਦੀ ਹੈ। ਜਦੋਂ ਤੁਸੀਂ ਵਾਲੀਬਾਲ ਖੇਡਦੇ ਹੋ, ਕਦੀ ਤੁਸੀਂ ਇੱਧਰ ਕਦੀ ਤੁਸੀਂ ਇੱਧਰ, 2-3 ਸਾਲ ਤੱਕ ਕਲਾਕਾਰ ਵਾਲੀਬਾਲ ਆਂਗੇ ਰਹਿੰਦਾ ਵੀ ਕਦੀ ਉੱਧਰ ਚਲ ਗਿਆ, ਕਦੀ ਉੱਧਰ ਚਲ ਗਿਆ। ਸੋ ਮੈਂ ਫਿਰ ਉੱਥੇ ਹੀ ਆਉਣਾ ਕਿ ਜਿਹੜਾ ਇੱਕ ਠਹਿਰਾਵ ਆ ਤੁਹਾਡੀ ਬਾਡੀ ਲੈਂਗੁਏਜ, ਤੁਹਾਡੀ ਸ਼ਖਸੀਅਤ 'ਚ, ਇਹ ਜਾਂ ਤਾਂ ਤੁਹਾਨੂੰ ਬਹੁਤ ਸਿੱਖਣ ਤੇ ਆਉਂਦਾ, ਸੰਗਤ ਤੇ ਆਉਂਦਾ, ਪੜ੍ਹਨ ਤੇ ਆਉਂਦਾ, ਜਾਂ ਇਹਨਾਂ ਚੀਜ਼ਾਂ ਦੇ ਪਿੱਛੇ ਤੁਹਾਡੇ ਸਿੱਖਿਆ ਅਧਿਆਪਕ ਮਾਂ-ਬਾਪ ਦੀ ਬਹੁਤ ਕੰਮ ਕਰਦੀ। ਮੈਂ ਜਦੋਂ ਛੋਟਾ ਸੀ ਤਾਂ ਮੇਰੇ ਉਸਤਾਦ ਜੀ ਨੇ ਮੈਨੂੰ ਉਦੋਂ ਹੀ 6ਵੀਂ ਜਮਾਤ 'ਚ ਸਹੁੰ ਪਵਾਤੀ ਸੀ ਵੀ ਤੂੰ ਕਦੇ ਕਿਸੇ ਗਲਤ ਚੀਜ਼ ਨੂੰ ਟੱਚ ਨਹੀਂ ਕਰੇਗਾ, ਤੂੰ ਗਾਣੇ ਉਹਨਾਂ ਮੈਨੂੰ ਕੈਸਟ ਭਰਾ ਕੇ ਦੇਣੀ ਕਿ ਆਹ ਗਾਣੇ ਸੁਣ। ਮੈਂ ਪਹਿਲੀ ਵਾਰੀ 99 'ਚ ਗਾਣਾ ਗਾਇਆ ਸੀ ਹਰਭਜਨ ਬਾਈ ਜੀ ਨੂੰ। ਮੈਂ ਅੱਜ ਵੀ ਕਹਿੰਦਾ ਕਿ ਬਾਈ ਜੀ ਮੈਨੂੰ ਐਂ ਲੱਗਦਾ ਕਿ ਮੈਂ ਜਿਹੜਾ ਬੂਟਾ ਲੱਗਿਆ ਆ ਉਹ ਤੁਹਾਡੇ ਗਾਣੇ ਤੇ ਲੱਗਿਆ। ਮੈਂ ਪਹਿਲੀ ਵਾਰੀ ਗਾਣਾ ਗਾਇਆ ਸੀ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀ। ਤਾਂ ਮੈਨੂੰ ਐਂ ਲੱਗਦਾ ਕਿ ਯਾਰ ਮੇਰੀ ਤਾਂ ਬੋਣੀ ਬੜੀ ਵਧੀਆ ਹੋਈ, ਮੇਰੀ ਤਾਂ ਸ਼ੁਰੂਆਤ ਬੜੀ ਵਧੀਆ ਹੋਈ। ਉਹ ਚੀਜ਼ਾਂ ਖੈਰ ਸਮਝ ਲੇਟ ਹੋ ਗਈਆਂ। ਜਜ਼ਬਾਤੀ ਵੀ ਹੋ ਜਾਂਦੇ ਹੋ ਕਈ ਵਾਰੀ? ਮੈਂ ਬਹੁਤ ਜਜ਼ਬਾਤੀ, ਬਹੁਤ ਪਾਵਰ। ਇਹਦਾ ਕਾਰਨ ਕੀ ਹੈ? ਕਿ ਜ਼ਿੰਦਗੀ 'ਚ ਸੰਘਰਸ਼ ਜਿਹੜਾ ਦੇਖਿਆ, ਤੰਗੀ ਦੇਖੀ, ਉਹ ਕਾਰਨ ਹੈ? ਬਹੁਤ ਸਾਰੇ
ਬਚਪਨ ਤੋਂ ਬਹੁਤ ਸਾਰੇ ਧੱਕੇ ਠੇਡੇ ਖਾਦੇ, ਬਹੁਤ ਸਾਰੇ ਤੁਸੀਂ ਇਹ ਲਾ ਲਓ ਕਿ ਬਹੁਤ ਜਗ੍ਹਾ ਇਨਸਲਟ ਹੋਈ, ਬਹੁਤ ਜਗ੍ਹਾ ਤੁਹਾਡੇ ਨਾਲ ਈਰਖਾ ਕੀਤੀ ਗਈ, ਬਹੁਤ ਜਗ੍ਹਾ ਤੁਹਾਡੇ ਨਾਲ ਮੁਕੱਦਮੇ ਚੱਲੇ, ਕੇਸ ਹੋਈ, ਬਹੁਤ ਜਗ੍ਹਾ ਤੁਹਾਨੂੰ ਪਿੱਛੇ ਕੀਤਾ ਜਾਂਦਾ, ਬਹੁਤ ਜਗ੍ਹਾ ਤੁਹਾਨੂੰ ਪਿੱਛੇ ਕੀਤਾ ਗਿਆ। ਸਟਰਗਲ ਟਾਈਮ ਦੀ ਗੱਲ ਦਾ, ਉਸ ਤੋਂ ਬਾਅਦ ਵੀ ਚਲੋ ਅੱਜ ਵੀ ਬਹੁਤ ਸਾਰੇ ਲੋਕਾਂ 'ਚ, ਕਲਾਕਾਰਾਂ 'ਚ ਤਾਂ ਪਿਆਰ ਹੁੰਦਾ ਹੀ ਨਹੀਂ, ਕਲਾਕਾਰਾਂ 'ਚ ਪਿਆਰ ਬਹੁਤ ਬਹੁਤ ਰਹੇ, ਕਿਉਂਕਿ ਹਰ ਬੰਦੇ ਨੂੰ ਐ ਹੁੰਦਾ ਕਿ ਯਾਰ ਮੈਂ ਪਹਿਲਾਂ ਨਹੀਂ ਬੁਲਾ ਸਕਦਾ, ਤਾਂ ਫਿਰ ਮੇਰੇ ਅੰਦਰ ਐ ਹੁੰਦਾ ਵੀ ਯਾਰ ਮੈਂ ਅੱਗੇ ਵੇਖਾਂ, ਅੱਗੇ ਕੀ ਹੋਣ ਵਾਲਾ, ਪਿੱਛੇ ਜੋ ਹੋ ਗਿਆ ਉਹਨੇ ਮੈਨੂੰ ਬਹੁਤ ਕੁਝ ਦਿੱਤਾ। ਕਿਉਂਕਿ ਇੱਕ ਜਦੋਂ ਇੱਕ ਆਰਟਿਸਟ, ਤੁਹਾਡੇ ਲਈ ਜਜ਼ਬਾਤੀ ਹੋਣਾ ਬਹੁਤ ਜ਼ਰੂਰੀ ਹੈ। ਜਜ਼ਬਾਤੀ ਤੁਸੀਂ ਤਾਂ ਹੀ ਹੋਵੋਗੇ ਜਦੋਂ ਤੁਹਾਡੇ ਅੰਦਰ ਉਹਨਾਂ ਚੀਜ਼ਾਂ ਦਾ ਦਰਦ ਆ, ਹਰ ਚੀਜ਼ ਦਾ ਦਰਦ ਆ। ਮਤਲਬ ਅਸੀਂ ਹੁਣ ਜਦੋਂ ਗਾਉਂਦੇ ਆ ਤਾਂ ਗਾਉਣ ਲਈ ਸਾਨੂੰ ਬਾਹਰ, ਜਦੋਂ ਤੁਸੀਂ ਬਾਹਰ ਸ਼ੋਅ ਲਾਓ ਤਾਂ ਤੁਹਾਨੂੰ ਸਭ ਤੋਂ ਵੱਧ ਪਰਿਵਾਰ ਸੁਣਨਾ ਹੁੰਦੇ, ਫੈਮਿਲੀ ਸੁਣਨਾ ਹੁੰਦੀ। ਫਿਰ ਤੁਸੀਂ ਇੱਕ ਗਾਣਾ ਗਾ ਕੇ ਉਹਦੇ ਗਾਉਂਦਿਆਂ ਤੁਸੀਂ ਇਹ ਸੋਚਦੇ ਹੋ ਵੀ ਯਾਰ ਅੱਗੇ ਜਿਹੜੇ ਲੋਕ, ਤੁਸੀਂ ਉੱਥੇ ਇਹ ਵੇਖਿਆ ਜਾਂਦਾ ਕਿ ਇੰਨੇ ਇਕੱਠ 'ਚ ਮੈਂ ਹੋਰ ਬਾਕੀਆਂ ਲਈ ਕੀ ਗਾਉਣਾ। ਤਾਂ ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਮੇਰੇ ਨਾਲ ਚੱਲੀਆਂ। ਜਜ਼ਬਾਤੀ ਮੈਂ ਬਹੁਤ ਆ, ਖੈਰ ਜਜ਼ਬਾਤ ਹੀ ਜਿਹੜੇ ਹੁੰਦੇ ਆ, ਤੁਹਾਡੇ ਇਮੋਸ਼ਨ ਜਿਹੜੇ ਹੁੰਦੇ ਆ, ਜਦੋਂ ਵੀ ਕੋਈ ਬੰਦਾ ਜਜ਼ਬਾਤੀ ਹੋਊਗਾ ਉਹ ਜਾਂ ਤਾਂ ਬਹੁਤ ਜ਼ਿਆਦਾ ਕੜਵਾ ਹੋਊਗਾ, ਜਾਂ ਬਹੁਤ ਜ਼ਿਆਦਾ ਸੱਚਾ ਹੋਊਗਾ, ਜਾਂ ਬਹੁਤ ਜ਼ਿਆਦਾ ਉਹ ਕਿਤੇ ਨਾ ਕਿਤੇ ਪਾਸੇ ਹੋਊਗਾ। ਸਟੇਜ ਤੇ ਵੀ ਹੋ ਜਾਂਦਾ ਕਈ ਵਾਰੀ। ਤੁਸੀਂ ਮੇਰੀਆਂ ਸਟੇਜਾਂ ਦੇਖੋ, ਮੈਂ ਇਹ ਨਹੀਂ ਕਹਿੰਦਾ, ਪਰ ਉਹ ਚੀਜ਼ਾਂ ਮੇਰੇ ਤੋਂ ਆਪ ਮਾਰੇ ਹੋ ਜਾਂਦੀਆਂ। ਮੈਂ ਕਦੀ ਸੋਚ ਕੇ ਨਹੀਂ ਅੱਜ ਤੱਕ ਕੁਝ ਵੀ ਕੀਤਾ, ਮੈਂ ਕਦੀ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਮੇਰਾ ਕਦੀ ਕਿਸੇ ਨਾਲ ਟਾਰਗੇਟ ਕਰ, ਅਸੀਂ ਸਭ ਨੂੰ ਪਿਆਰ ਕਰਦੇ, ਸਭ ਨੂੰ ਨਿਓ ਕੇ ਮਿਲੀਦਾ। ਪਰ ਮੈਨੂੰ ਐਂ ਲੱਗਦਾ ਕਿ ਯਾਰ ਆਪੇ ਹੋ ਜਾਂਦਾ, ਜਾਂ ਕੁਦਰਤ ਕਰਾਉਂਦੀ ਹੈ, ਨੇਚਰ ਕਰਾਉਂਦੀ ਹੈ, ਕੁਦਰਤ ਤੁਹਾਡੀ ਉਹਨਾਂ ਚੀਜ਼ਾਂ ਦੇ ਵਿੱਚ ਸ਼ਾਮਿਲ ਹੁੰਦੀ। ਗਲਤੀ ਇੱਕ ਇਹ ਹੁੰਦੀ ਕਿ ਤੁਸੀਂ ਇੱਕ ਗਲਤੀ ਇਹ ਕੀਤੀ ਕਿ ਯਾਰ ਮੰਨ ਲਓ ਮੈਂ ਸ਼ਰਾਬ ਦੀ ਬੋਤਲ ਫੜ ਕੇ ਫੋਟੋ ਪਾਤੀ, ਜਾਂ ਮੈਂ ਕੋਈ ਉਹ ਕਰਦੇ ਫੋਟੋ ਪਾਤੀ, ਜਾਂ ਮੈਂ ਕਿਸੇ ਨੂੰ ਛੇੜਤਾ, ਜਾਂ ਮੈਂ ਕਿਸੇ ਦੇ ਕੋ ਧੱਕਾ ਮੁੱਕੀ ਕਰਤਾ, ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਉਹਨਾਂ ਚੀਜ਼ਾਂ 'ਚ ਜ਼ਿੰਮੇਵਾਰ ਹਾਂ ਵੀ ਹਾਂ ਯਾਰ ਇਹ ਤਾਂ ਮੈਂ ਕੀਤੀਆਂ। ਕੁਛ ਚੀਜ਼ਾਂ ਤੁਹਾਡੇ ਕੋਲ ਮੈਨੂੰ ਲੱਗਦਾ, ਕੁਛ ਚੀਜ਼ਾਂ ਦੇ ਵਿੱਚ ਕੁਦਰਤ ਦਾ ਬਹੁਤ ਸਾਥ। ਪਰਿਵਾਰ ਨੇ ਕਦੇ ਰੋਕਿਆ ਕਿਸੇ ਚੀਜ਼ ਤੋਂ, ਗਾਇਕੀ 'ਚ ਖਾਸ ਤੌਰ ਤੇ, ਕਿ ਪੁੱਤ ਆਹ ਨਹੀਂ ਕਰਨਾ, ਆਹ ਕਰਨਾ ਹੈ, ਜਾਂ ਤੁਹਾਡੇ ਇੰਡੀਪੈਂਡੈਂਟ ਡਿਸੀਜਨ ਹੁੰਦੇ ਆ? ਪਰਿਵਾਰ ਨੇ ਜੋ ਰੋਕਿਆ, ਮੈਂ ਤੁਹਾਨੂੰ ਦੱਸਿਆ ਕਿ ਪਰਿਵਾਰ ਨੇ ਮੈਨੂੰ ਨਸ਼ਿਆਂ ਤੋਂ ਰੋਕਿਆ, ਪਰਿਵਾਰ ਨੇ ਮੈਨੂੰ ਬੁਰੀ ਸੰਗਤ ਤੋਂ ਰੋਕਿਆ। ਹਾਲਾਂਕਿ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਕਰੀਮ ਮਿਲਦੀ, ਤੁਸੀਂ ਹਰ ਤਰ੍ਹਾਂ ਦੇ ਸੱਜਣ ਮਿੱਤਰ ਹੁੰਦੇ, ਪਰ ਮੇਰਾ ਇੱਕ ਗੋਲ ਸੀਗਾ ਕਿ ਯਾਰ ਮੇਰੇ ਮੋਢਿਆਂ 'ਤੇ ਜ਼ਿੰਮੇਵਾਰੀ ਬਹੁਤ ਸੀ ਕਿ ਮੈਂ ਕਰਨਾ ਹੈ ਯਾਰ ਇਹ ਚੀਜ਼। ਮਤਲਬ ਕਹਿੰਦੇ ਜਿਸ ਬੰਦੇ ਨੂੰ ਸੂਰਜ ਜਗਾਉਂਦਾ ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਜੇ ਤੁਸੀਂ ਉੱਠ ਕੇ ਸਵੇਰੇ ਸੂਰਜ ਨੂੰ ਜਗਾਉਂਦੇ ਹੋ ਤਾਂ ਤੁਸੀਂ ਬਹੁਤ ਅੱਗੇ ਤੱਕ ਜਾਂਦੇ। ਸੋ ਮੈਨੂੰ ਐਂ ਲੱਗਦਾ ਕਿ 10 ਸਾਲ ਮੈਂ ਸੂਰਜ ਨੂੰ ਜਗਾਇਆ, ਮੈਂ 4 ਵਜੇ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਆਪਣੇ ਆਪ ਤੇ ਵਡਿਆ ਰਿਹਾ, ਪਰ ਮੈਨੂੰ ਲੱਗਦਾ ਕਿ ਉਹ ਮੇਰੇ ਇੱਕ ਪਰਿਵਾਰ ਦਾ ਸੀਗਾ, ਉਹ ਮੇਰੇ ਮਦਰ ਦਾ, ਮੇਰੇ ਉਸਤਾਦ ਜੀ ਦਾ। ਮੈਂ ਅੱਜ ਵੀ ਮੁੰਡੇ, ਸਾਡੇ ਕੋਲ ਬਹੁਤ ਸਾਰੇ ਨਵੇਂ ਮੁੰਡੇ ਆਉਂਦੇ ਆ, ਬੜੇ ਮੁੰਡੇ ਆਉਂਦੇ ਆ, ਮੈਂ ਉਹਨਾਂ ਨੂੰ ਇਹੋ ਕਹਿੰਦਾ ਕਿ ਯਾਰ ਮਿਹਨਤ ਕਰੋ, ਤੁਹਾਡੇ ਕੰਮ ਹੀ ਮਿਹਨਤ ਆਉਣੀ, ਤੁਹਾਡੇ ਕੰਮ ਹੋਰ ਕੁਛ ਨਹੀਂ ਹੋਣਾ। ਜਿਹੜੀ ਇੱਕ ਪੜ੍ਹਾਈ ਆ ਤੁਹਾਡੀ, ਮੰਨ ਲਓ ਨੌਲੇਜ ਆ ਤੁਹਾਡੀ, ਜੋ ਮੈਂ ਤੁਹਾਨੂੰ ਲੱਖ ਜੇਲ੍ਹ 'ਚ ਬੰਦ ਕਰਦਾ, ਕੁੱਟ ਮਾਰ ਲਵਾਂ, ਪਰਚੇ ਕਰਾ ਦਾਂ, ਜੋ ਮਰਜ਼ੀ ਕਰਦਾ, ਪਰ ਮੈਂ ਉਹ ਲੈ ਨਹੀਂ ਸਕਦਾ। ਉਹ ਤੁਹਾਡੀ ਪਰਸਨਲ ਪ੍ਰਾਪਰਟੀ ਹੈ। ਜਿਹੜੀ ਮਿਹਨਤ ਆ ਕਿਸੇ ਬੰਦੇ ਦੀ, ਉਹ ਤੁਹਾਡੀ ਐਸੀ ਪ੍ਰਾਪਰਟੀ ਹੈ ਕਿ ਉਹਦੀ ਰਜਿਸਟਰੀ ਕਿਸੇ ਨਾਲ ਹੋ ਹੀ ਨਹੀਂ ਸਕਦੀ। ਜਿੰਨੀ ਕਰੋਗੇ ਉਹ ਤੁਹਾਨੂੰ ਉਹਨੇ ਉਨਾ ਹੀ ਦੇਣਾ। ਖੈਰ ਹੋ ਸਕਦਾ ਲੇਟ ਮਿਲੇ, ਪਰ ਤੁਹਾਨੂੰ ਐਸਾ ਸਵਾਦ ਦਊਗੀ ਵੀ, ਪਰ ਕਰਨੀ ਪੈਣੀ। ਮਿਹਨਤ ਕਰਦੇ ਨਹੀਂ ਮੁੰਡੇ, ਮਿਹਨਤ ਨਹੀਂ ਕਰਦੇ, ਰਿਆਜ਼ ਨਹੀਂ ਕਰਦਾ ਅੱਜ ਕੱਲ੍ਹ ਕੋਈ। ਖੈਰ ਲੋਕਾਂ ਨੂੰ ਐਂ ਲੱਗਦਾ ਕਿ ਯਾਰ ਇਹ ਚੀਜ਼ਾਂ ਸੌਖੀਆਂ, ਜਾਂ ਇਹ ਚੀਜ਼ਾਂ। ਸਭ ਤੋਂ ਵੱਡਾ ਅਸਰ ਕਿਹਦਾ ਹੈ ਤੁਹਾਡੀ ਜ਼ਿੰਦਗੀ ਤੇ? ਪਰਸਨ ਦੇ ਤੌਰ ਤੇ ਗੱਲ ਕਰ ਰਿਹਾ, ਕਿਸ ਇਨਸਾਨ ਦਾ ਅਸਰ ਹੈ ਤੁਹਾਡੀ ਜ਼ਿੰਦਗੀ ਤੇ? ਮੇਰੀ ਜ਼ਿੰਦਗੀ ਦੇ ਮੇਰੇ ਮਦਰ ਦਾ ਬਹੁਤ ਅਸਰ ਆ, ਮੇਰੇ ਮਦਰ ਦਾ, ਮੇਰੇ ਗੁਰੂ ਜੀ ਦਾ ਬਹੁਤ ਅਸਰ ਆ। ਕਿਉਂਕਿ ਮੇਰੀ ਪਰਵਰਿਸ਼ ਹੀ, ਮੇਰੀ ਮਿਹਨਤ ਹੀ, ਮੇਰੀ ਦਿਨ 'ਚ 24 ਘੰਟੇ ਹੁੰਦੇ ਆ, ਮੰਨ ਲਓ ਰਾਤ ਮਿਲਾ ਕੇ, ਤਾਂ ਮੇਰੀ 8 ਤੋਂ 10 ਘੰਟੇ ਤਾਂ ਮੇਰੀ ਰਿਆਜ਼ ਸੀ। ਮੇਰੇ ਤਾਂ ਗੋਡੇ ਸੁੱਜ ਜਾਂਦੇ ਰਹੇ, ਗਿੱਟੇ ਸੁੱਜ ਜਾਂਦੇ ਰਹੇ ਜਦੋਂ ਮੈਂ ਉੱਠਣਾ। ਉਸਤਾਦ ਜੀ ਨੇ ਮੇਰੇ ਮਦਰ ਨੂੰ ਕਿਹਾ ਸੀਗਾ ਕਿ ਇਹਨੂੰ ਰੋਟੀ ਨਹੀਂ ਦੇਣੀ ਰਾਤ ਦੀ, ਜੇ ਰਿਆਜ਼ ਨਹੀਂ ਸਵੇਰੇ ਕਰੂਗਾ। ਜੇ ਸਵੇਰੇ ਨਹੀਂ ਉੱਠਦਾ, ਮੈਂ ਕਦੀ ਸਿਆਲ 'ਚ ਰਜਾਈ ਲੈ ਕੇ ਨਹੀਂ ਸੀ ਸੁੱਤਾ, ਕਦੀ, ਕਿਉਂ ਮੈਨੂੰ ਨੀਂਦ ਨਹੀਂ ਆਉਣੀ। ਉਹਨਾਂ ਕਹਿਣਾ ਜੇ ਅੱਜ ਤੂੰ ਰਜਾਈ ਲੈ ਕੇ ਸੌਂ ਗਿਆ ਤੇ ਸਾਰੀ ਜ਼ਿੰਦਗੀ ਕੰਬਲਾਂ ਨੂੰ ਤਰਸੇਗਾ। ਅੱਜ ਰਜਾਈ ਤੇ ਆਗ ਦੇ, ਭਾਵੇਂ ਜ਼ਿੰਦਗੀ 'ਚ 10 ਲੱਖ ਦੀ ਰਜਾਈ ਲੈ ਲਈ। ਉਹ ਚੀਜ਼ਾਂ ਮੇਰੇ ਉੱਤੇ ਆ। ਮੈਂ ਅੱਜ ਵੀ ਜਿਸ ਬੰਦੇ ਕੋਲ ਬੈਠੂੰਗਾ ਮੈਂ ਉਹਨੂੰ ਇਹੋ ਹੀ ਕਹੂੰਗਾ
ਕਿਉਂਕਿ ਜੋ ਤੁਸੀਂ ਸਿੱਖਿਆ ਤੁਸੀਂ ਅੱਗੇ ਉਹੀ ਦਓਗੇ। ਤੁਸੀਂ ਸਿਰਫ ਮਾਂ ਦੀ ਨਿੱਘ ਮਾਣੀ ਹੈ, ਰਜਾਈ ਵਾਲੀ ਨਿੱਘ ਨਹੀਂ ਮਾਣੀ। ਮੈਂ ਮੈਨੂੰ ਲੱਗਦਾ ਕਿ ਮੈਂ ਬਹੁਤ ਸਾਰੇ ਧੱਕੇ ਠੇਡੇ ਮਿਹਨਤ, ਧੱਕੇ ਠੇਡੇ ਨਹੀਂ ਕਹਿੰਦਾ ਮੈਂ ਕਹਿੰਦਾ ਕਿ ਉਹ ਚੀਜ਼ ਦਾ ਸਵਾਦ ਬਹੁਤ ਸੀ। ਮੈਨੂੰ ਅੱਜ ਵੀ ਯਾਦ ਆ, ਅੱਜ ਵੀ ਮੈਂ ਹਰ ਉਸ ਬੰਦੇ ਨੂੰ ਮੇਰੇ ਇਲਾਕੇ 'ਚ ਮਿਲਦਾ, ਮੈਨੂੰ ਤਾਂ ਮੂੰਹ ਜ਼ਬਾਨੀ ਮੇਲੇ ਯਾਦ ਆ। ਮੈਂ ਜੰਤਰੀ ਤੋਂ ਬਿਨਾਂ ਦੱਸ ਸਕਦਾ ਤੁਹਾਨੂੰ ਵੀ ਕਿਹੜਾ ਮੇਲਾ ਕਿੱਥੇ ਲੱਗਦਾ, ਕਿਉਂਕਿ ਮੈਂ ਸਾਰੇ 'ਚ ਗਿਆ। ਉਸਤਾਦ ਜੀ ਨੇ ਕਹਿਣਾ ਹਾਲੇ 100 ਰੁਪਈਆ ਤੂੰ ਬੱਸੇ ਚੜ ਜਾ ਕੇ ਨੋਟ ਕਰ। ਡਾਇਰੀ ਲੈਣੀ, ਮੇਰੇ ਕੋਲ ਪੈਨ ਹੁੰਦਾ ਸੀ, ਨਾਲ ਡਾਇਰੀ ਹੁੰਦੀ ਸੀ। ਮੈਂ ਸਭ ਤੋਂ ਪਹਿਲੇ ਜਾ ਕੇ ਸਟੇਜ ਤੇ ਬਹਿਣਾ, ਜਾ ਕੇ ਨੋਟ ਕਰ ਕਲਾਕਾਰ ਕਰਦੇ ਕੀ ਆ, ਕਿੱਦਾਂ ਆਉਂਦੇ ਆ, ਕਿੱਥੇ ਪਾਣੀ ਪੀਂਦੇ ਆ, ਕਿੱਥੇ ਬ੍ਰੇਕ ਲੈਂਦੇ ਆ, ਕਿੰਨਾ ਸਾਹ ਲੈਂਦੇ, ਕਿੰਨਾ ਚਿਰ ਗਾਉਂਦੇ ਆ। ਇਹ ਸਾਰੀਆਂ ਚੀਜ਼ਾਂ ਨੋਟ ਕਰ ਹਰ ਕਲਾਕਾਰ ਦਾ। ਮਿੰਨਤਾਂ ਵੀ ਕੀਤੀਆਂ ਕਿਤੇ ਗਾਉਣ ਵਾਸਤੇ, ਔਰ ਉਹ ਟਾਈਮ ਹੀ ਇਦਾਂ ਦਾ ਸੀ। ਮੈਂ ਤਾਂ ਪਹਿਲਾਂ ਜਾ ਕੇ ਦਰੀਆਂ ਵਿਛਾਉਣੀਆਂ, ਪਰਾਲੀ ਵਿਛਾਉਣੀ ਮੇਲਿਆਂ 'ਚ ਜਾ ਕੇ ਵੀ ਯਾਰ ਟਾਈਮ ਦਿਓ। ਪਰ ਉਹਦਾ ਸਵਾਦ ਸੀ। ਉਦੋਂ ਮੈਨੂੰ ਮੈਂ ਕੌਣ ਸੀ, ਮੈਂ ਕੁਛ ਵੀ ਨਹੀਂ ਸੀ, ਪਰ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤੁਹਾਡੇ ਕੜੀ ਦਰ ਕੜੀ ਜੁੜਦੀ ਜਾਂਦੀ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਹਿੰਦੇ ਆ ਨਾ, ਦਾਤੀ ਨੂੰ ਇੱਕ ਦੰਦਾ ਦੁਨੀਆ ਨੂੰ ਦੋ ਦੰਦੇ। ਆ ਇੰਨੀ ਸਟਰਗਲ, ਇੰਨਾ ਸੰਘਰਸ਼, ਇੰਨੇ ਸਾਲ ਦੀ ਰਿਆਜ਼, ਜਿਵੇਂ ਤੁਸੀਂ ਦੱਸ ਰਹੇ ਹੋ, ਇੱਕ ਛੋਟੀ ਜੀ ਗੱਲ ਤੇ ਦੁਨੀਆ ਕੀ ਕੁਝ ਲਿਖਦੀ ਹੈ, ਕੀ ਕੁਝ ਬੋਲਦੀ ਹੈ। ਦੇਖੋ, ਨੇਚਰ ਦਾ ਇਹ ਵੀ ਰੂਲ ਆ, ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਜਿਹਨੂੰ ਤੁਸੀਂ ਉਹਦੇ ਲਈ ਚੰਗਾ ਹੀ ਬੋਲੋਗੇ, ਆਪ ਮੁਹਾਰੇ ਤੁਹਾਡੇ ਮੂੰਹ ਉਹਦੇ ਲਈ ਚੰਗਾ ਹੈ। ਜਿਹਨੂੰ ਤੁਸੀਂ ਨਫ਼ਰਤ ਕਰਦੇ ਹੋ, ਲੱਖ ਦੁਨੀਆ ਉਹਦੇ ਬਾਰੇ ਚੰਗਾ ਬੋਲ ਰਹੀ ਹੈ, ਤੁਹਾਡੇ ਅੰਦਰ ਉਹਦੇ ਬਾਰੇ ਕੁਝ ਨਾ ਕੁਝ ਨਿਕਲੀ ਹੋਣਾ। ਸੋ ਇਹ ਇੱਕ ਵਾਈਬਸ ਹੁੰਦੀਆਂ ਜਿਹੜੀਆਂ ਤੁਹਾਨੂੰ, ਹੁਣ ਜਿਹੜੇ ਵਿਚਾਰੇ ਲੋਕ, ਚਲੋ ਜੋ ਵੀ ਬੋਲੇ, ਉਹ ਸਦਾ ਇਹ ਤੋਂ ਪਹਿਲਾਂ ਮੈਨੂੰ ਕਦੀ ਨਾ ਬੋਲੇ ਹੋ, ਉਹ ਸਦਾ ਇਹ ਤੋਂ ਪਹਿਲਾਂ ਇਹਨਾਂ ਮੈਨੂੰ ਕਦੀ ਵੀ ਮਾੜਾ ਨਾ ਬੋਲਿਆ ਹੋਵੇ। ਪਰ ਇੱਕ ਚੀਜ਼ ਜਦੋਂ ਟਰੈਵਲ ਕਰਦੀ ਆ, ਉਹ ਸਦਾ ਉਹਨਾਂ ਨੂੰ ਕੋਈ ਐਸੀ ਫੇਟ ਵੱਜੀ ਹੋਵੇ। ਮੈਂ ਇਹ ਨਹੀਂ ਕਹਿੰਦਾ ਕਿ ਯਾਰ ਉਹਨਾਂ ਨੂੰ ਦੁੱਖ ਲੱਗਾ ਹੋ ਸਕਦਾ, ਇਹ ਕੋਈ ਨਹੀਂ, ਹਿਊਮਨ ਬੀਇੰਗ ਆ, ਕਿਸੇ ਨੂੰ ਵੀ ਭਾਵਨਾ ਨੂੰ ਠੇਸ ਪਹੁੰਚ ਸਕਦੀ ਆ। ਉਹਦੇ ਨਾਲ ਤੁਹਾਡੇ ਉਹ ਵੀ ਲੋਕ ਆ ਜਾਂਦੇ ਆ ਜਿਹੜੇ ਕਹਿੰਦੇ ਕਿ ਇਹ ਸਹੀ ਆ। ਦੁਨੀਆ ਇੱਕ ਬਹੁਤ ਵਿਸ਼ਾਲ ਰੂਪ ਆ। ਵਿਸ਼ਾਲ ਦੁਨੀਆ ਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਆ, ਬਹੁਤ ਸਾਰੇ ਸਾਹਿਤਕਾਰ ਲੋਕ ਆ, ਬਹੁਤ ਸਾਰੇ ਐਸੇ ਲੋਕ ਆ, ਔਰ ਬਹੁਤ ਸਾਰੇ ਉਹਦੇ ਵਿੱਚ ਕਿ ਮੇਰੇ ਅੱਗੇ ਵੀ ਆ ਬਦਮਾਗ ਲੋਕ ਵੀ ਜਿਨ੍ਹਾਂ ਨੇ ਬੱਸ ਵਿੱਚ ਡੰਡਾ ਹੀ ਡਾਉਣਾ ਵੀ ਚੱਕ ਦੋ ਤੁਹਾਨੂੰ। ਤੁਸੀਂ ਹਰ ਇੱਕ ਨੂੰ ਤਾਂ ਸੈਟੀਸਫਾਈ ਕਰ ਨਹੀਂ ਸਕਦੇ। ਸੋ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਇਹੋ ਜਿਹੇ ਮਸਲੇ ਦੇ ਵਿੱਚ ਚੁੱਪ ਭਲੀ ਹੁੰਦੀ। ਇੰਟਰਵਿਊ ਅਧੂਰਾ ਹੈ ਜੇ ਕੁਝ ਸੁਣਿਆ ਨਾ ਜਾਵੇ। ਹਾਲਾਂਕਿ ਅਸੀਂ ਅੱਜ ਗੱਲ ਉਹਦੀ ਕਰ ਰਹੇ ਸੀਗੇ, ਪਰ ਇੱਕ ਇੰਟਰਸਟਿੰਗ ਗੱਲ ਗੀਤ ਤੋਂ ਬਾਅਦ ਹੋਰ ਦੱਸਾਂਗੇ। ਰਣਜੀਤ ਬਾਵਾ ਬਾਰੇ ਇੱਕ ਬੜੀ ਇੰਟਰਸਟਿੰਗ ਗੱਲ ਹੈ, ਕਰੋਨਾ 'ਚ ਕੁਝ ਮਿਸ ਹੋ ਗਿਆ ਬਹੁਤ ਵੱਡਾ, ਉਹਦਾ ਵੀ ਜ਼ਿਕਰ ਕਰਦੇ ਹਾਂ ਆਪਾਂ। ਪਰ ਮੈਂ ਚਾਹੁੰਦਾ ਕਿ ਸੰਤਰਾਮ ਉਦਾਸੀ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਤੇ ਉਦਾਸੀ ਸਾਹਿਬ ਨੂੰ ਹੀ ਅੱਜ ਆਪਾਂ ਡੈਡੀਕੇਟ ਕਰੀਏ। ਮੈਂ ਉਹਨਾਂ ਦਾ ਗਾਣਾ ਤੁਹਾਨੂੰ ਜ਼ਰੂਰ ਸੁਣਾਉਣਾ, ਮੇਰਾ ਪਰਸਨਲ ਫੇਵਰਿਟ ਗਾਣਾ ਆ ਜੀ। ਔਰ ਰੋਟੀ ਲੈਣ ਗਿਆ ਵੀਰਾ ਪੂੰਝਦਾ ਹੈ ਆਉਂਦਾ ਮੈਂ, ਮੱਥੇ ਉਤੋਂ ਡਾਂਗਾਂ ਦਾ ਲਹੂ, ਰਾਠਾਂ ਦੀ ਹਵੇਲੀ ਵਿੱਚੋਂ ਖੁੱਸਿਆ ਸਰੀਰ ਲੈ ਕੇ, ਮੁੜੀ ਮੇਰੇ ਵੀਰੇ ਦੀ ਬਹੂ, ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਆਜ਼ਾਦ ਹੋਣੀ, ਕਿਹੜਾ ਭੋਲੇ ਬਾਪੂ ਨੂੰ ਕਹੇ, ਜ਼ਮੀਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਹੇ। ਇਹ ਵੀ ਇੱਕ ਦੂਜੀ ਫਾਰਮ ਆ ਉਸ ਗਾਣੇ ਦੀ। ਇਹ ਵੀ ਉਹ ਬਿਲਕੁਲ ਉਦਾਸੀ ਸਾਹਿਬ ਨੇ ਵੀ ਮਜ਼ਦੂਰਾਂ ਕਿਰਤੀਆਂ ਦੀ ਗੱਲ ਕੀਤੀ। ਬਿਲਕੁਲ ਬਿਲਕੁਲ ਬਿਲਕੁਲ। ਮੇਰਾ ਥੋੜਾ ਗਲਾ ਭਰ ਗਿਆ ਤਾਂ ਕਰਕੇ ਨਹੀਂ ਗਾਇਆ ਗਿਆ, ਮਾਫੀ ਚਾਹੁੰਦਾ। ਕੁਝ ਹੋਰ ਇੱਕ ਗੀਤ, ਕਿਉਂਕਿ ਦਰਸ਼ਕਾਂ ਨੇ ਬਾਅਦ ਚ ਬਹੁਤ ਲੰਬਾ ਮੈਨੂੰ ਦੇਣਾ ਹੈ ਕਿ ਅਸੀਂ ਇੱਕ ਗਾਣਾ ਜਿਹੜਾ ਮੇਰਾ ਮੇਰੀ ਰੁਲ ਗਈ ਜਵਾਨੀ ਵਿੱਚ ਮਿੱਟੀਆਂ, ਕਿਹੜੀ ਡੈਣ ਦੇ ਬਲੋਚ ਤੈਨੂੰ ਲੈ ਗਏ, ਤੇਰੇ ਸਦਰਾਂ ਦੇ ਵੇੜੇ ਬੜੇ ਸਖਣੇ, ਵਿੱਚ ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ, ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ, ਵੇ ਜਦੋਂ ਹੁੰਦਾ ਏ ਉਦਾਸ ਮੈਨੂੰ ਮੇਰੇ ਜਿਹਾ ਲੱਗਦਾ, ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨਦੀ ਵੇ ਮੈਨੂੰ ਤੇਰੇ ਜਿਹਾ ਲੱਗਦਾ।
ਇਮੋਸ਼ਨਸ, ਜਜ਼ਬਾਤ, ਪਰਿਵਾਰ, ਤੁਸੀਂ ਮੈਨੂੰ ਲੱਗਦਾ ਇਸੇ ਦੇ ਇਰਦ ਗਿਰਦ ਹਮੇਸ਼ਾ ਰਹਿੰਦੇ ਹੋ, ਇਸ ਤੋਂ ਬਾਹਰ ਜਾਂਦੇ ਨਹੀਂ ਕਦੇ। ਮੈਂ ਕਦੀ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਰਹੀਆਂ, ਟਰੈਵਲ ਹੀ ਬਹੁਤ ਕੀਤਾ, ਇਹ ਚੀਜ਼ਾਂ ਅੰਦਰ ਤੱਕ ਭਰ ਗਈਆਂ। ਮੈਂ ਅੱਜ ਵੀ ਬਹੁਤ ਜ਼ਿਆਦਾ ਇਮੋਸ਼ਨਲ ਹਾਂ। ਸਾਡੇ ਬਹੁਤ ਸਾਰੇ ਨਵੇਂ ਜਦੋਂ ਸ਼ੁਰੂ ਹੋਏ ਸਾਡੇ, ਜਿੱਦਾਂ ਨਾਲ ਮੁੰਡੇ ਬਾਉਂਸਰ ਜਾਂਦੇ, ਮੈਂ ਉਹਨਾਂ ਨੂੰ ਇੱਕ ਦੋ ਸਾਡੇ ਮੁੰਡੇ ਕਿਸੇ ਨੂੰ ਧੱਕਾ ਮਾਰਤਾ, ਮੈਂ ਉਸੇ ਬਜ਼ੁਰਗ ਸੀਗੇ ਕੋਈ, ਮੈਂ ਬਜ਼ੁਰਗ ਨੂੰ ਕਿਹਾ, ਮੈਂ ਕਿਹਾ ਬਾਪੂ ਇਹਦੇ 4 ਡਾਂਗਾ ਮਾਰ, ਜਿਹੜੀ ਤੂੰ ਹੱਥ 'ਚ ਡਾਂਗ ਫੜੀ, ਸਾਹਮਣੇ ਖਲੋਤਾ, ਮੈਂ ਕਿਹਾ ਇਹਦੇ ਪੈਰੀਂ ਹੱਥ ਲਾ। ਔਰ ਅਸੀਂ ਉਹ ਮੁੰਡਾ ਉਧਰ ਹੀ ਭੇਜਤਾ। ਮੈਂ ਕਿਹਾ ਯਾਰ ਚਲੋ ਨਾਲ ਇਸ ਕਰਕੇ ਲੈ ਕੇ ਜਾਣੇ ਪੈਂਦੇ ਵੀ ਯਾਰ ਮੁੰਡੇ ਸਾਡੇ ਚਲੋ ਪੁਰਾਣੇ ਆ, ਰੋਜੀ ਦਾ ਲੱਗਿਆ ਸਾਨੂੰ, ਐ ਹੁੰਦਾ ਵੀ ਚਲੋ ਨਾਲ ਇੱਕ ਵੈਸੇ ਸੱਜਣਦਾਈ ਨੂੰ ਜਾਂ ਵੈਸੇ ਹੀ ਚਲੋ ਮਾਹੌਲ ਜਿਹਾ ਕ੍ਰੀਏਟ ਹੁੰਦਾ। ਪਰ ਉਹ ਚੀਜ਼ਾਂ, ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਇੱਕ ਪਰਿਵਾਰ ਦੀ ਦੇਣ ਆ। ਇਹ ਸਾਰਾ ਕੁਝ ਤੁਸੀਂ ਜੋ ਪੜ੍ਹਿਆ, ਜੋ ਲਿਖਿਆ, ਜੋ ਤੁਹਾਨੂੰ ਮਿਲਿਆ, ਇਹ ਸਾਰਾ ਇਹ ਚੀਜ਼ਾਂ ਤੁਸੀਂ ਚਾਹ ਕੇ ਵੀ ਮੈਂ ਨਾਲੋਂ ਲਾ ਨਹੀਂ ਸਕਦਾ। ਔਰ ਜਿੰਨਾ ਚਿਰ ਇਹ ਚੀਜ਼ਾਂ ਇਹ ਤੁਹਾਡੇ ਨਾਲ ਅਗਰ ਰਹਿਣਗੀਆਂ, ਮੈਨੂੰ ਭਾਜੀ ਦੀ ਗੱਲ ਬਹੁਤ ਸੋਹਣੀ ਲੱਗਦੀ ਹੈ। ਇੱਕ ਉਹ ਕਹਿੰਦੇ ਸੀਗੇ ਕਿ ਮੈਂ ਨਾ, ਕੋਈ ਬੰਦਾ ਸੀ ਬਹੁਤ ਵੱਡਾ ਬਣ ਗਿਆ, ਉਹ ਆਪਣੇ ਦੋਸਤਾਂ ਨੂੰ ਕਹਿੰਦਾ ਯਾਰ ਜਿੱਦਣ ਕਿਤੇ ਮੇਰੇ ਗੱਲ ਕਰਨ 'ਚ ਮਾੜਾ ਜਿਹਾ ਵੀ ਚੇਂਜ ਆ ਗਿਆ ਨਾ ਤੇ ਮੈਨੂੰ ਦੱਸ ਦਿਓ। ਮੈਨੂੰ ਹੋ ਸਕਦਾ ਜਿੱਥੇ ਮੈਂ ਪਹੁੰਚ ਗਿਆ ਮੈਨੂੰ ਕਈ ਵਾਰ ਨਾ ਪਤਾ ਲੱਗੇ, ਕਿਉਂਕਿ ਮੇਰੇ ਆਲੇ ਦੁਆਲੇ ਵਾਤਾਵਰਨ ਹੋਰ ਹੋ ਗਿਆ, ਬਿਲਕੁਲ ਮੈਂ ਹੋਰ ਵਾਤਾਵਰਨ 'ਚ ਵੜ ਗਿਆ ਹਾਂ। ਪਰ ਜਿੱਦਣ ਕਿਤੇ ਤੁਹਾਨੂੰ ਇਦਾਂ ਲੱਗਿਆ ਤਾਂ ਯਾਰ ਮੈਨੂੰ ਦੱਸ ਦਿਓ। ਆਪਣੇ ਪੁਰਾਣੇ ਯਾਰਾਂ ਕੋਲੇ ਜਾਂਦੇ ਹੋ ਕਦੇ? ਕਿਸੇ ਨਾਲ ਬੰਦਾ ਟਾਇਰ ਰੋੜ ਕੇ ਮਗਰ ਭੱਜੇ ਫਿਰਦੇ, ਜਾਂ ਪਤੰਗ ਉਡਾਉਂਦੇ ਸੀ, ਜਾਂ ਬੰਟੇ ਖੇਡਦੇ ਸੀ, ਉਹਨਾਂ ਨਾਲ ਅਜੇ? ਮੈਂ ਪਰਸੋਂ ਵੀਡੀਓ ਪਾਈ, ਰਨਿੰਗ ਕਰ ਰਿਹਾ, ਮੈਂ ਪਿੰਡ ਗਰਾਊਂਡ 'ਚ ਸੀਗਾ, ਮੈਂ ਰਨਿੰਗ ਕਰਕੇ ਕਿੱਥੇ ਜਾਣਾ ਉਹਨਾਂ ਲੋਕਾਂ ਨੂੰ ਛੱਡ ਕੇ, ਜਿਹੜੀ ਜਿੱਥੇ ਸਾਡਾ ਪਿੰਡ ਦੇ ਵਿੱਚ ਘਰ ਆ। ਤਾਂ ਮੈਨੂੰ ਲੱਗਦਾ ਮੈਂ ਅੱਜ ਵੀ ਕੁਛ ਬੱਚੇ ਵੱਡੇ ਹੋ ਗਏ ਤਾਂ ਸਭ ਨੂੰ ਪੁੱਛੀਦਾ ਤੂੰ ਕਿਹਦਾ ਮੁੰਡਾ ਵਾ, ਤਾਂ ਉਹ ਕਹਿੰਦਾ ਉਹਦਾ, ਅੱਛਾ ਉਹ ਫਲਾਣੇ ਦਾ। ਸੋ ਇਹ ਚੀਜ਼ਾਂ ਨਹੀਂ, ਤੁਸੀਂ ਜਿੱਦਾਂ ਇਹ ਚੀਜ਼ਾਂ ਤੁਸੀਂ ਕੱਢਦੀਆਂ, ਤੁਹਾਨੂੰ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਘਰ ਤੋਂ ਨਫ਼ਰਤ ਸਟਾਰਟ ਹੁੰਦੀ। ਜਿਸ ਬੰਦੇ ਨੂੰ ਘਰ 'ਚ ਪਿਆਰ ਨਹੀਂ ਮਿਲਦਾ, ਜਿਸ ਬੰਦੇ ਨੂੰ ਤੁਹਾਡੇ ਪਿੰਡ 'ਚ ਪਿਆਰ ਨਹੀਂ ਮਿਲਦਾ, ਤੁਸੀਂ ਚਾਹ ਕੇ ਵੀ ਦੁਨੀਆ 'ਚ ਪਿਆਰ ਨਹੀਂ ਲੈ ਸਕਦੇ। ਬਿਲਕੁਲ ਠੀਕ ਹੈ। ਆਖਰੀ ਸਵਾਲ ਹੈ, ਆਖਰ ਦੇ ਵਿੱਚ ਤੁਸੀਂ ਚਾਹੁੰਦੇ ਹੋ ਤਾਂ ਉਹਦੇ ਬਾਰੇ ਜ਼ਿਕਰ ਕਰ ਸਕਦੇ ਹੋ, ਜਿਹੜੀ ਮੈਂ ਗੱਲ ਕੀਤੀ ਸੀ। ਜੇ ਨਹੀਂ ਦੱਸਣਾ ਤਾਂ ਇਹ ਰਾਜ਼ ਰੱਖ ਸਕਦੇ ਹਾਂ ਅਸੀਂ, ਇਹ ਰਾਜ਼ ਤੁਹਾਡੀ ਮਰਜ਼ੀ ਹੈ ਭਾਜੀ। ਫਿਰ ਤੁਸੀਂ ਮੈਨੂੰ ਲਾਂਭਾ ਦੇਣਾ ਵੀ ਮੈਂ ਪਰਸਨਲ ਗੱਲ ਦੱਸੀ ਤੀ ਤੂੰ ਅੱਗੇ ਕਰਤੀ, ਠੀਕ ਹੈ। ਰਾਜ਼ ਅਸੀਂ ਰਾਜ਼ ਰਹਿਣ ਦਿਆਂਗੇ। ਪਰ ਜਦੋਂ ਪੂਰੀ ਇੰਟਰਵਿਊ ਦੇ ਦੌਰਾਨ ਤੁਸੀਂ ਖਾਲਸਾ ਕਾਲਜ ਦੀ ਗੱਲ ਕੀਤੀ ਸੀ, ਤਾਂ ਇੱਕ ਮੈਂ ਚਾਹੁੰਦਾ ਕਿ ਉਸ ਬਾਰੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦਾ ਪਿੱਛੇ ਉੱਥੇ ਘਰ ਹੈ। 25,000 ਨੌਜਵਾਨ ਪੰਜਾਬ ਦਾ ਜਿਹੜਾ ਉਹ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ, ਉਹਨਾਂ ਨੇ ਸਾਹਮਣੇ ਲਿਆਂਦਾ। ਉਸ ਮਾਹੌਲ 'ਚ ਰਹਿ ਕੇ ਚੀਜ਼ਾਂ ਅਸੀਂ ਪਹਿਲਾਂ ਵੀ ਹਾਲਾਂਕਿ ਮੈਂ ਤੁਹਾਨੂੰ ਪੁੱਛ ਚੁੱਕਿਆ, ਪਰ ਕੀ ਇਹ ਨਾਲ ਚੱਲਣਗੀਆਂ ਜ਼ਿੰਦਗੀ 'ਚ ਚੀਜ਼ਾਂ? ਇਹਦੇ ਬਾਰੇ ਗੱਲ ਕਰਦੇ ਰਹੋਗੇ ਹਮੇਸ਼ਾ? ਦੇਖੋ, ਜਿਹੜਾ ਵੀ ਕੋਈ ਵੀ ਬਰਤਾਂਤ ਆ, ਕੋਈ ਵੀ ਦੁੱਖ ਆ, ਕੋਈ ਵੀ ਮੰਨ ਲਓ ਕੋਈ ਵੀ ਮਸਲਾ ਇਸ ਤੋਂ ਬਾਅਦ ਹੋ ਸਕਦਾ, ਬਹੁਤ ਸਾਰੇ ਹੋ, ਜ਼ਿੰਦਗੀ ਦੁਨੀਆ ਤੇ ਚੱਲਦਾ ਰਹਿਣਾ ਕੁਛ ਨਾ ਕੁਛ। ਜਿੱਦਾਂ ਮੰਨ ਲਓ ਕਰੋਨਾ ਆ ਗਿਆ, ਇੱਕ ਬਹੁਤ ਵੱਡੀ, ਸੋਚਿਆ ਨਹੀਂ ਸੀ, ਸਾਰੀ ਦੁਨੀਆ ਘਰਾਂ 'ਚ ਬੰਦ ਹੋ ਗਈ। ਪਰ ਉਹ ਜਿਹੜੇ ਮਸਲੇ ਆ ਉਹ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਮੈਂ ਨਹੀਂ ਕਰੂੰਗਾ ਤਾਂ ਹੋਰ ਬਹੁਤ ਦੁਨੀਆ, ਤੁਹਾਡੇ ਅੰਦਰ ਉਹ ਦਰਦ ਹੈਗਾ, ਮੇਰੇ ਅੰਦਰ ਉਹ ਦਰਦ ਹੈਗਾ। ਉਸ ਤੋਂ ਇਲਾਵਾ ਬਹੁਤ ਸਾਰੇ ਐਸੇ ਪੰਜਾਬ ਦੇ ਮਸਲੇ ਆ, ਪੰਜਾਬ ਦੀਆਂ ਗੱਲਾਂ ਬਾਤਾਂ, ਪੰਜਾਬ ਦੇ ਤੁਸੀਂ ਇਹ ਲਾ ਲਓ, ਭਾਵੇਂ ਉਹ ਕਿਸਾਨੀ ਆ, ਭਾਵੇਂ ਉਹ ਅਸੀਂ ਅੱਜ ਵੀ ਲਾਈਵ ਦੇ ਵਿੱਚ ਕੁਛ ਨਾ ਕੁਛ ਐਸਾ ਗਾਉਂਦੇ ਆ, ਭਾਵੇਂ ਕੋਈ ਵੀ ਹੋਵੇ ਸਾਡੇ ਸਾਹਮਣੇ ਹੁੰਦਾ ਵੀ ਯਾਰ ਇਹ ਗੱਲ ਕਰੋ, ਇਹ ਗੱਲ ਪਹੁੰਚਣੀ ਚਾਹੀਦੀ ਹੈ, ਇਹ ਗੱਲ ਉੱਥੋਂ ਤੱਕ ਪਹੁੰਚਣੀ ਚਾਹੀਦੀ ਹੈ। ਤੁਸੀਂ ਜਦੋਂ ਇੱਕ ਬੁਲਾਰਾ ਆ ਤਾਂ ਬੁਲਾਰੇ ਦੇ ਉੱਤੇ ਹੁੰਦਾ ਵੀ ਆ ਤੁਸੀਂ ਉਹ ਗੱਲ ਪਹੁੰਚਾ ਦਿਓ ਕਿਸੇ ਨਾ ਕਿਸੇ ਤਰੀਕੇ। ਹੋ ਸਕਦਾ ਬਾਅਦ ਚੋਂ ਚੰਗਿਆਰੀ ਬਹੁਤ ਵੱਡਾ ਭਾਂਬੜ ਮੱਚ ਜੇ, ਪਰ ਕਿਤੇ ਨਾ ਕਿਤੇ ਤੁਸੀਂ ਆਪਣਾ ਵੀ ਤੁਸੀਂ ਕਿੰਨਾ ਕੁਛ ਲੈ ਕੇ ਆਉਂਦੇ ਲੋਕ ਤੁਹਾਨੂੰ ਪਿਆਰ ਕਰਦੇ ਆ, ਕਿਉਂਕਿ ਤੁਸੀਂ ਸੱਚ ਬੋਲਦੇ ਹੋ, ਤੁਸੀਂ ਚੰਗਾ ਬੋਲਦੇ ਹੋ। ਜਿਹੜਾ ਵੀ ਬੰਦਾ ਦੁਨੀਆ ਤੇ ਚੰਗਾ ਬੋਲੂਗਾ, ਆਪਣੇ ਹਿੱਤਾਂ ਦੀ ਗੱਲ ਕਰੂਗਾ, ਆਪਣੇ ਲੋਕਾਂ ਦੇ ਦਰਦ ਨੂੰ ਅੱਗੇ ਲੈ ਕੇ ਆਊਗਾ, ਉਹਨੂੰ ਪਿਆਰ ਕੀਤਾ ਜਾਊਗਾ। ਅਕਾਲ ਤਖਤ ਸਾਹਿਬ ਦੀ ਉਹ ਢੱਠੀ ਹੋਈ ਅਕਾਲ ਤਖਤ ਸਾਹਿਬ ਦੀ ਤਸਵੀਰ ਦੇਖੀ ਹੈ ਤੁਸੀਂ? ਮੈਂ ਦੇਖੀ। ਕਦੇ ਦਰਬਾਰ ਸਾਹਿਬ ਜਾਂਦੇ ਹੋ? ਕਦੇ ਉਹ ਜ਼ਹਿਨ ਚ ਆਉਂਦੀ ਹੈ? ਮੈਂ ਜਦੋਂ ਫਿਲਮ ਕੀਤੀ ਸੀ ਤੂਫਾਨ ਸਿੰਘ ਬਾਬਾ ਜੀ,
ਉਦੋਂ ਬਹੁਤ ਕੁਝ ਮੈਂ ਇਹ ਨਹੀਂ ਕਹਿੰਦਾ ਕਿ ਉਸ ਤੋਂ ਪਹਿਲਾਂ, ਕਿਉਂਕਿ ਕਾਲਜ ਯੂਨੀਵਰਸਿਟੀ ਅਸੀਂ ਸੀਗੇ, ਉਸ ਪਤਾ ਤਾਂ ਸੀਗਾ ਇਹ ਸਾਰਾ ਕੁਝ, ਕਿਉਂਕਿ ਸਾਡਾ ਏਰੀਆ, ਸਾਡੇ ਮਾਪੇ ਸਾਨੂੰ ਦੱਸਦੇ ਰਹੇ, ਸਾਡੇ ਫਾਦਰ ਸਾਹਿਬ ਵੀ ਸੀਗੇ, ਜਾਂ ਉਹ ਜਿਹੜੀ ਲਹਿਰ ਸਾਡੇ ਏਰੀਏ 'ਚ ਬਹੁਤ ਸੀ, ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਬਹੁਤ ਸੀ। ਉਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੇ ਨਾਲ ਡਿਸਕਸ ਹੁੰਦੀਆਂ ਰਹਿੰਦੀਆਂ। ਮੈਨੂੰ ਉਦੋਂ ਬਹੁਤ ਕੁਝ ਜਾਣਨ ਨੂੰ ਮਿਲਿਆ, ਕਿਉਂਕਿ ਮੈਂ ਉਹਨਾਂ ਦਾ ਇੱਕ ਕਰੈਕਟਰ ਹੰਡਾਇਆ। ਉਹ ਕਰੈਕਟਰ ਹੀ ਸਾਰਾ ਇਹ ਸੀਗਾ ਕਿ ਉਹ ਬੱਚਾ, ਉਹ ਅਕਾਲ ਤਖ਼ਤ ਸਾਹਿਬ ਦੀ ਉਹਨੇ ਉਹ ਬੇਅਦਬੀ ਵੇਖ ਕੇ ਉਹ ਖੜਾ ਹੋ ਗਿਆ ਸੀ। ਸੋ ਉਹ ਚੀਜ਼ਾਂ ਹੋਰ ਵੀ ਬਹੁਤ, ਮੈਂ ਇਹ ਨਹੀਂ ਕਹਿੰਦਾ ਕਿ ਕੱਲਾ ਆਪਣਾ ਇਹ ਕੌਮ ਦਾ ਦਰਦ ਤੇ ਹੈਗਾ ਹੀ ਹੈਗਾ, ਇਹ ਮਸਲਾ ਹੈਗਾ ਹੀ ਹੈਗਾ, ਬਹੁਤ ਵੱਡਾ ਦਰਦ ਆ। ਇਹ ਤੁਸੀਂ ਪੀੜ੍ਹੀ ਦਰ ਪੀੜ੍ਹੀ ਨਹੀਂ ਮੁੱਕ ਸਕਦਾ, ਇਹ ਕਿਤੇ ਨਹੀਂ ਜਾ ਸਕਦਾ। ਉਸ ਤੋਂ ਇਲਾਵਾ ਹੋਰ ਬਹੁਤ ਮਸਲੇ ਆ ਪੰਜਾਬ ਦੇ ਵਿੱਚ, ਉਹ ਸਾਰੇ ਅੱਗੇ ਆਉਣੇ ਚਾਹੀਦੇ ਆ। ਸੋ ਕਿਤੇ ਨਾ ਕਿਤੇ ਸਬਬ ਬੇਰੁਜ਼ਗਾਰੀ, ਨਸ਼ਾ। ਤੁਸੀਂ ਸਾਡਾ ਨਵਾਂ ਗਾਣਾ ਸੁਣਿਆ, ਅਸੀਂ ਬਿਲਕੁਲ ਕਮਾਲ ਦਾ ਗੀਤ ਹੈ ਨਾ ਹੌਸਲਾ ਹਾਰੋ, ਉਹ ਇੱਕ ਹੌਸਲੇ ਦੀ ਗੱਲ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆਉਂਦੀਆਂ ਰਹਿਣੀਆਂ ਮੱਕੜ ਸਾਹਿਬ। ਜਾਂਦੇ ਜਾਂਦੇ ਆਖਰ ਦੇ ਵਿੱਚ ਆਹੀ ਗੀਤ ਜਿਹੜਾ ਯੈਸ ਜੀ, ਮੇਰੇ ਯਾਰੋ ਬੇਰੁਜ਼ਗਾਰੋ ਐਵੇਂ ਨਾ ਹੌਸਲਾ ਹਾਰੋ, ਤਗੜੇ ਹੋ ਕੇ ਹਮਲਾ ਮਾਰੋ, ਵਕਤ ਗੁਜ਼ਰਦਾ ਜਾਵੇ ਜੀ, ਅੱਖਾਂ ਖੋਲੋ ਹੁਣ ਨਾ ਡੋਲੋ, ਐਵੇਂ ਨਾ ਜਵਾਨੀ ਰੋਲੋ, ਜਜ਼ਬਾ ਆਪਣੇ ਅੰਦਰੋਂ ਟੋਲੋ, ਮਿਹਨਤ ਰੰਗ ਲਿਆਵੇਗੀ। ਕੀ ਹੁੰਦੀਆਂ ਨੇ ਤਕਦੀਰਾਂ ਇਹ ਹੱਥਾਂ ਦੀਆਂ ਲਕੀਰਾਂ, ਯਾਰੋ ਬਦਲ ਦਿਓ ਤਸਵੀਰਾਂ, ਡਰ ਜਾਣਾ ਮਨਜ਼ੂਰ ਨਹੀਂ। ਜੇ ਹੋਣ ਇਰਾਦੇ ਪੱਕੇ ਭਾਵੇਂ ਦੁਨੀਆ ਮਾਰੇ ਧੱਕੇ, ਬੰਦਾ ਦਿਲ ਨਾਲ ਛੋਟਾ ਰੱਖੇ, ਮੰਜ਼ਿਲ ਬਹੁਤੀ ਦੂਰ ਨਹੀਂ, ਮੰਜ਼ਿਲ ਬਹੁਤੀ ਦੂਰ ਨਹੀਂ। ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਾਰਿਆਂ ਨੂੰ, ਬਹੁਤ ਸਾਰਾ ਚੜ੍ਹਦੀ ਕਲਾ। ਰਣਜੀਤ ਬਾਵਾ ਨੇ ਦਿਲ ਦੀਆਂ ਗੱਲਾਂ ਕੀਤੀਆਂ ਨੇ, ਪਹਿਲਾਂ ਵੀ ਤੁਸੀਂ ਸੁਣੀਆਂ ਹੋਣੀਆਂ, ਪਰ ਕਮਾਲ ਦੀ ਗੱਲ ਹੈ ਕਿ ਇੱਕ ਜਿਹੜਾ ਨਿਸ਼ਚਾ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਦ੍ਰਿੜ ਹੈ। ਤੁਸੀਂ ਆਪਣੀ ਗੱਲ ਦੇ ਉੱਤੇ ਕਾਇਮ ਰਹਿੰਦੇ ਹੋ, ਇਹ ਸਭ ਤੋਂ ਵੱਡੀ ਬੰਦੇ ਦੇ ਕਰੈਕਟਰ ਦੀ ਇੱਕ ਉਪਲਬਧੀ ਹੁੰਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।